ਸਨਿਚਰਵਾਰ 29 ਮਈ ਦਾ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਬਲਜਿੰਦਰ ਸਿੰਘ ਅਟਵਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਆਪ ਸਾਰਿਆਂ ਦਾ ਹੀ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਵਿਸਾਖੀ ਤੋਂ ਅਸੀਂ ਇੱਕ ਲੜੀਵਾਰ ਸੈਗਮੈਂਟ ਸ਼ੁਰੂ ਕੀਤਾ ਸੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ, ਜਿਸ ਦੇ ਵਿੱਚ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਨੇ ਸਿੱਖੀ ਔਰ ਇਸ ਦਾ ਖਾਲਸਾਈ ਰੂਪ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਖਾਲਸੇ ਦਾ ਸਾਜਣਾ ਅਤੇ ਇਸ ਦਾ ਮਨੋਰਥ ਕੀ ਸੰਕਲਪ ਦਿੱਤਾ, ਇਹ ਸੰਘਰਸ਼ ਕਿਵੇਂ ਚੱਲੇ, ਇਹ ਲੜੀਵਾਰ ਸੈਗਮੈਂਟ ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਜਿਸ ਨੂੰ ਤੁਸੀਂ ਬਹੁਤ ਹੀ ਪਸੰਦ ਕੀਤਾ, ਕਿਉਂਕਿ ਇਹਨਾਂ ਪੱਖਾਂ ਦੇ ਉੱਤੇ ਵਿਚਾਰ ਬਹੁਤ ਘੱਟ ਹੋਈ ਹੈ ਜਿਸ ਦੀ ਅਤਿਅੰਤ ਲੋੜ ਹੈ। ਸੋ ਇਸ ਦੀ ਮਹਾਨਤਾ ਨੂੰ ਸਮਝਦਿਆਂ ਹੋਇਆਂ ਅਸੀਂ ਬੇਨਤੀ ਕੀਤੀ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਨੂੰ ਕਿ ਇਸ ਲੜੀਵਾਰ ਸੈਗਮੈਂਟ ਨੂੰ ਅੱਗੋਂ ਵੀ ਜਾਰੀ ਰੱਖਿਆ ਜਾਵੇ। ਸੋ ਜਿਸ ਨੂੰ ਉਹਨਾਂ ਨੇ ਮਨਜ਼ੂਰ ਕੀਤਾ ਹੈ, ਅਸੀਂ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਦੇ ਤਹਿ ਦਿਲ ਤੋਂ ਅਤੀ ਧੰਨਵਾਦੀ ਹਾਂ। ਅੱਜ ਇਸ ਲੜੀ ਦੀ ਅਗਲੀ ਕਿਸ਼ਤ ਪੇਸ਼ ਕੀਤੀ ਜਾਵੇਗੀ। ਬਾਕੀ ਖਾਲਸਾ ਕੌਮ ਗੁਰੂ ਸਾਹਿਬ ਦੀ ਐਸੀ ਬਖਸ਼ਿਸ਼ ਹੈ ਕਿ ਅੱਜ ਵੀ ਸੰਘਰਸ਼ ਲੜ ਰਹੀ ਹੈ ਔਰ ਜਿਹੜੀ ਲੋੜਵੰਦਾਂ ਦੀ ਮਦਦ ਕਰ ਰਹੀ ਹੈ, ਜੋ ਕਿ ਇਹਨਾਂ ਨੂੰ ਸਿਖਾਇਆ ਗਿਆ ਹੈ। ਜਿੱਥੇ ਕਿਸਾਨੀ ਸੰਘਰਸ਼ ਦੇ ਵਿੱਚ ਅਗਾਂਹ ਵੱਧ ਕੇ ਕੰਮ ਕੀਤਾ ਜਾ ਰਿਹਾ ਹੈ, ਉਸ ਦੇ ਨਾਲ ਨਾਲ ਹੁਣ ਕਰੋਨਾ ਦੀ ਜਿਹੜੀ ਮਹਾਮਾਰੀ ਹੈ, ਇਸ ਦੇ ਵਿੱਚ ਵੀ ਸੇਵਾਦਾਰਾਂ ਨੇ ਜੋ ਭੂਮਿਕਾ ਨਿਭਾਈ ਹੈ। ਬਹੁਤ ਸਾਰੀਆਂ ਸੰਸਥਾਵਾਂ ਹਨ ਜਿਹੜੀਆਂ ਇਸ ਦੇ ਵਿੱਚ ਆਪਣੀ ਜਾਨ ਤਲੀ ਦੇ ਉੱਤੇ ਰੱਖ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ, ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ। ਖਾਲਸਾ ਏਡ ਨੇ ਆਪਣੀ ਨਿਸ਼ਕਾਮ ਸੇਵਾ ਦੇ ਨਾਲ ਦੁਨੀਆ ਭਰ ਦੇ ਵਿੱਚ ਆਪਣੀ ਪਹਿਚਾਣ ਬਣਾਈ ਹੈ, ਸਤਿਕਾਰ ਬਣਾਇਆ ਹੈ। ਇਸ ਦੇ ਬਾਨੀ, ਇਸ ਨੂੰ ਸ਼ੁਰੂ ਕਰਨ ਵਾਲੇ ਸਰਦਾਰ ਰਵੀ ਸਿੰਘ ਖਾਲਸਾ, ਜਿਹੜੇ ਕਿ ਬਹੁਤ ਹੀ ਸਤਿਕਾਰਤ ਹਸਤੀ ਹਨ। ਪਿੱਛੇ ਜਿਹੇ ਉਹਨਾਂ ਨੂੰ ਵੀ ਕਰੋਨਾ ਹੋ ਗਿਆ ਸੀ ਤੇ ਉਸ ਤੋਂ ਉਹ ਠੀਕ ਹੋ ਗਏ ਤੇ ਹੁਣ ਕਿਡਨੀਆਂ ਦੀ ਸਮੱਸਿਆ ਤੋਂ ਪੀੜਤ ਹਨ, ਪਰ ਚੜ੍ਹਦੀ ਕਲਾ ਦੇ ਵਿੱਚ ਹਨ। ਆਓ ਉਹਨਾਂ ਦੇ ਕੁਝ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਅਸੀਂ ਸਾਰੀ ਆਪਣੀ ਜਿਹੜੀ ਖਾਲਸਾ ਏਡ ਦੀ ਟੀਮ ਉਹਦੇ ਡਟ ਕੇ ਲੱਗੀ ਆ, ਭਾਈ ਅਮਰਪ੍ਰੀਤ ਸਿੰਘ ਨੂੰ ਲੀਡ ਕਰ ਰਹੇ, ਉਹਨਾਂ ਦਾ ਧੰਨਵਾਦ। ਸਾਡੇ ਜਿਹੜੇ ਅਸਲੀ ਹੀਰੋ ਹੈਗੇ ਆ, ਸਾਡੇ ਸੇਵਾਦਾਰ ਆ, ਸਾਡੇ ਵੋਲੰਟੀਅਰ ਆ। ਕਿਉਂਕਿ ਪਹਿਲਾਂ ਜਦੋਂ ਦਿੱਲੀ, ਤੁਹਾਨੂੰ ਪਤਾ, ਬਹੁਤ ਹੀ ਔਖਾ ਸਮਾਂ ਸੀਗਾ, ਦੇਖ ਕੇ ਬੜਾ ਮਨ ਖਰਾਬ ਹੁੰਦਾ ਸੀਗਾ। ਤਾਂ ਫਿਰ ਇਹ ਜਿਹੜੀ ਬਿਮਾਰੀ ਆ, ਆਲੇ ਦੁਆਲੇ ਹਸਪੀਟਲ ਜਿਹੜੇ ਇੰਡੀਆ ਵਿੱਚ ਜਿਹੜੇ ਹੋਰ ਵੀ ਸਟੇਟ ਆ, ਫਿਰ ਉਹਦੇ ਵਿੱਚ ਵੀ ਆਉਣ ਲੱਗ ਪਈ, ਜ਼ਿਆਦਾ ਹੋਣ ਲੱਗ ਪਈ। ਫਿਰ ਜਿਹੜੀਆਂ ਸਾਡੀ ਹੁਣ ਮਸ਼ੀਨਾਂ ਆ ਆਕਸੀਜਨ ਦੀਆਂ, ਬਾਹਰੋਂ ਪਹਿਲਾਂ 2 ਫਲਾਈਟਾਂ ਭੇਜੀਆਂ UK 'ਚ 8 ਦਿਨਾਂ ਦੇ ਵਿੱਚ 2 ਫਲਾਈਟਾਂ ਗਈਆਂ। ਸਾਡਾ ਮੇਰਾ ਖਿਆਲ ਖਾਲਸਾ ਏਡ ਦਾ ਇੱਕ ਨਵਾਂ ਰੈਕੋਰਡ ਹੋਣਾ ਪਿਆ, ਇੰਨੀ ਛੇਤੀ ਦੇ ਵਿੱਚ 8 ਦਿਨਾਂ ਵਿੱਚ 2 ਫਲਾਈਟਾਂ ਕੱਢਤੀਆਂ। ਜਦ ਦਿੱਲੀ ਪਹਿਲਾਂ ਸੇਵਾ ਚੱਲੀ, ਤੁਹਾਨੂੰ ਪਤਾ, ਤਾਂ ਫਿਰ ਹੁਣ ਪਿਛਲੇ ਹਫ਼ਤੇ ਤੋਂ ਮੜ ਜਾ ਜਦੋਂ ਜ਼ਿਆਦਾ ਪੰਜਾਬ ਵਿੱਚ ਵੀ ਲੱਗ ਗਿਆ ਪਤਾ ਵੀ ਲੋੜਵੰਦ ਹੈਗੇ, ਹਫ਼ਤਾ 2 ਹਫ਼ਤੇ ਹੋ ਗਏ। ਸਾਡਾ ਪਹਿਲਾਂ 3 ਹਫ਼ਤੇ ਤੋਂ ਪਹਿਲਾਂ ਪਲਾਨ ਚੱਲਦਾ ਗੌਰਮੈਂਟ ਦੇ ਨਾਲ ਵੀ ਅਸੀਂ ਤੁਹਾਡੇ ਡਾਕਟਰ ਨਾਲ ਕਿੱਦਾਂ ਕਰੀਏ, ਕਿੱਦਾਂ ਅਸੀਂ ਇਕੱਠੇ ਕੰਮ ਕਰੀਏ, ਕਿਉਂਕਿ ਬਿਮਾਰੀ ਬਹੁਤ ਜ਼ਹਿਰੀਲੀ ਆ। ਅਤੇ ਇਹਦੇ ਵਿੱਚ ਜਿਹੜੇ ਡਾਕਟਰ ਜਿਹੜੇ UK ਤੋਂ ਇਹ ਪਿਛਲੇ ਸਾਲ ਤੋਂ ਲੱਗੇ ਹੋ ਆ ਇੱਥੇ ਕਾਫੀ ਸਮੇਂ ਤੋਂ, ਜਿਹੜੇ ਕੋਵਿਡ ਦੇ ਵਿੱਚ ਲੋਕਾਂ ਦੀ ਪਬਲਿਕ ਦੀ ਹੈਲਪ ਕਰਨ ਦੀ, ਉਹ ਵੀ ਆਪਣੇ ਜਿੱਦਾਂ ਜੋ ਉਹਨਾਂ ਦਾ ਤਜਰਬਾ ਉਹ ਉਹਨਾਂ ਦਾ ਸ਼ੇਅਰ ਕਰ ਰਹੇ ਆ ਉਹਨਾਂ ਨਾਲ, ਪੰਜਾਬ ਦੇ ਡਾਕਟਰਾਂ ਨਾਲ। ਇਸ ਵੇਲੇ ਸਾਡੀ ਜਿਹੜੀ ਵੀ ਖਾਲਸਾ ਇੰਡੀਆ ਟੀਮ ਆ, ਮੈਂ ਪਹਿਲਾਂ ਕਿਹਾ ਵੀ ਚੜ੍ਹਦੀ ਕਲਾ ਸੇਵਾ ਕਰ ਰਹੇ ਆ। 21 ਸ਼ਹਿਰਾਂ ਦੇ ਵਿੱਚ, ਪੰਜਾਬ ਦੇ 21 ਸ਼ਹਿਰਾਂ ਵਿੱਚ ਆਕਸੀਜਨ ਕੌਂਸਨਟਰੇਟਰ ਮਸ਼ੀਨਾਂ ਰੱਖੀਆਂ ਉਹਨਾਂ ਨੇ, ਵੰਡ ਕੇ ਦਿੱਤੀਆਂ। ਉਹ ਬਸ ਕੰਮ ਚੱਲੀ ਜਾਂਦਾ। ਇਹ ਤਾਂ ਘੱਟ ਤੋਂ ਘੱਟ 21 ਸ਼ਹਿਰ, 30 ਹਸਪੀਟਲ ਜਿਹਨਾਂ ਨੂੰ ਮਸ਼ੀਨਾਂ ਦਿੱਤੀਆਂ ਗਈਆਂ। ਅੱਜ ਵੀ ਮੇਰੇ ਖਿਆਲ 400-500 ਆਈਆਂ ਬਾਹਰੋਂ, ਜਿਹੜੀ US ਟੀਮ ਖਾਲਸਾ ਏਡ US ਨੇ ਭੇਜੀਆਂ। ਸਾਡੇ ਕੋਲ ਉਹ ਉੱਥੇ ਪਈਆਂ ਆ, ਹੋਰ ਵੀ ਆ ਰਹੀਆਂ, ਉਹ ਵੀ ਫਿਰ ਗਾਹਾਂ ਵੰਡਣੀਆਂ। ਪਰ ਜਿਹੜੀਆਂ ਇੱਥੇ ਵੰਡੀਆਂ, ਦਿੱਲੀ ਵੰਡੀਆਂ ਅਤੇ 21 ਸ਼ਹਿਰ ਜਿਹੜੇ ਪੰਜਾਬ ਦੇ ਉੱਥੇ ਵੰਡੀਆਂ, 30 ਹਸਪੀਟਲ ਪੰਜਾਬ ਉੱਧਰ ਵੰਡੀਆਂ, ਅਤੇ ਕਈ ਸੰਸਥਾ ਪੰਜਾਬ ਦੀਆਂ ਉਹਨਾਂ ਨੂੰ ਵੀ ਵੰਡੀਆਂ। ਅਤੇ ਜਿਹੜੇ ਸਾਡੇ ਖਿਲਾਫ ਉਂਗਲਾਂ ਚੱਕਣ ਵਾਲੇ ਆ, ਉਹਦਾ ਕੰਮ ਇਹ ਹੁੰਦਾ ਉਹਦੀ ਉਂਗਲਾਂ ਚੱਕੀ ਜਾਣੀਆਂ। ਪਰ ਸਾਡੇ ਜਿਹੜੇ ਦਿਨ ਦਿਹਾੜੀ ਸੇਵਾ ਕਰਦੇ ਸੇਵਾਦਾਰ, ਸਾਨੂੰ ਪਤਾ ਉਹ ਕਿੰਨੇ ਔਖੇ ਸਮੇਂ ਦੇ ਵਿੱਚ, ਕਿੰਨੇ ਖਤਰੇ ਵਿੱਚ ਆਪਣੀ ਜਾਨ ਮੂਹਰੇ ਰੱਖ ਕੇ ਆਪਣੀ ਹੱਸਤੇ ਸੇਵਾ ਕਰ ਰਹੇ ਆ। ਸੋ ਇੱਧਰ ਜਿਹੜੀਆਂ ਦੂਜੀਆਂ ਮਸ਼ੀਨਾਂ ਵੀ ਜਾ ਰਹੀਆਂ, ਜੰਮੂ ਵੀ ਜਾਊਗੀਆਂ, ਕਸ਼ਮੀਰ ਵਿੱਚੋਂ ਜਾਊਗੀਆਂ,
ਬੰਬੇ ਵੱਲ ਵੀ ਗਈਆਂ ਆ, ਹੋਰ ਵੀ ਜਿਹੜੇ ਹੈਦਰਾਬਾਦ, ਇੰਡੀਆ ਦੇ ਹੋਰ ਵੀ ਕਈ ਹਿੱਸੇ ਹੈਗੇ, ਜਿੱਥੇ ਸ਼ਹਿਰ ਹੈਗੇ ਜਿੱਥੇ ਮਸ਼ੀਨਾਂ ਬਾਹਰ ਵੀ ਗਈਆਂ। ਸਾਨੂੰ ਇਹ ਨਹੀਂ ਫਰਕ ਪੈਂਦਾ ਭਈ ਮਸ਼ੀਨ ਕਿੱਥੇ ਜਾਊਗੀ, ਕਿਉਂਕਿ ਜਿੱਥੇ ਜਿਹਦੀ ਵੀ ਜਾਨ ਬਚ ਗਈ, ਇਨਸਾਨੀਅਤ ਤੌਰ 'ਤੇ ਇਨਸਾਨ ਇੱਕ ਹੀ ਆ। ਭਈ ਅਸੀਂ ਹਰ ਵਾਰੀ ਇਹੀ ਕਹਿੰਦੇ ਆ ਭਈ ਜੋ ਸਾਨੂੰ ਕਿਹਾ ਗਿਆ ਸਰਬੱਤੇ ਭਲੇ ਦਾ, ਇਹ ਨਹੀਂ ਵੀ ਅਸੀਂ ਇਕੱਲਾ ਇੱਕ ਥਾਂ ਕੰਮ ਸੇਵਾ ਕਰਾਂਗੇ। ਜਿੱਥੇ ਵੀ ਸਾਨੂੰ ਤੁਸੀਂ ਹੁਣ ਦੇਖੋ 21-22 ਸਾਲ ਸਾਨੂੰ ਸਪੋਰਟ ਦਿੱਤਾ, ਸਾਨੂੰ ਪਿਆਰ ਦਿੱਤਾ, ਅਤੇ ਜਦੋਂ ਵੀ ਕੋਈ ਗੱਲ ਕਰਦਾ, ਹੁਣ ਦੇਖੋ ਕਿੰਨੀ ਮਾਣ ਦੀ ਗੱਲ ਹੈ ਜਦੋਂ ਭਈ ਦਿੱਲੀ ਦੇ ਵਿੱਚ ਕਿੰਨੀਆਂ ਸਿੱਖਾਂ ਜਥੇਬੰਦੀਆਂ ਨੇ ਆਪਣੀ ਦਸਤਾਰਾਂ ਬੰਨ੍ਹ ਕੇ ਮੋਹਰੇ ਹੋ ਕੇ ਸੇਵਾ ਕੀਤੀ ਆ। ਇਹ ਜਿਹੜੀ ਸੇਵਾ ਦਾ ਮੇਵਾ ਇਹ ਸੰਗਤ ਨੂੰ ਮਿਲਦਾ, ਸਾਰੀ ਨੂੰ, ਇਕੱਲੇ ਇੱਕ ਬੰਦੇ ਨੂੰ, ਦੋ ਬੰਦੇ ਨੂੰ ਨਹੀਂ ਮਿਲਦਾ, ਕਿਉਂਕਿ ਇਹਦੇ ਵਿੱਚ ਸਿੱਖਾਂ ਦਾ ਨਾਮ ਮੋਹਰੇ ਆਉਂਦਾ ਵੀ ਸਿੱਖਾਂ ਨੇ ਸੇਵਾ ਕੀਤੀ। ਭਈ ਤੁਹਾਨੂੰ ਪਤਾ 2019 ਦੇ ਵਿੱਚ ਇਕੱਲੀ ਖਾਲਸਾ ਏਡ ਆਰਗੇਨਾਈਜੇਸ਼ਨ ਆ ਜਿਹਨੇ ਭਈ ਹੜ੍ਹਾਂ ਦੇ ਜਿਹੜੇ ਪੈਸੇ ਆ ਅਸੀਂ ਇੱਕ ਸਾਈਡ 'ਤੇ ਕੀਤੇ ਸੀਗੇ, ਪਰ ਅਸੀਂ ਤੁਹਾਨੂੰ ਇੱਕ ਸਾਈਡ 'ਤੇ ਕਰਕੇ ਉਹੀ ਖਰਚਾਂਗੇ ਹੜ੍ਹਾਂ ਦੇ ਏਰੀਏ 'ਤੇ, ਹੋਰ ਨਹੀਂ ਕਿਤੇ ਖਰਚਾਂਗੇ। ਉਹ ਵੀ ਚੱਲ ਰਿਹਾ। 13-14 ਮੇਰੇ ਖਿਆਲ ਸਕੂਲ ਵੀ ਰੀਬਿਲਡ ਹੋ ਰਹੇ ਆ, ਘਰ ਵੀ ਹੋਰ ਬਿਲਡ ਹੋ ਰਹੇ ਆ। ਇੱਕ ਬਹੁਤ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਅਸੀਂ, ਨਵਾਂ ਇੱਕ ਤਜਰਬਾ, ਉਹ ਹੈਗਾ ਆ ਪਿੰਡ ਕੋਟ ਧਰਮ, ਮਾਨਸਾ ਡਿਸਟ੍ਰਿਕਟ ਦੇ ਵਿੱਚ। ਉੱਥੇ ਦੇਖਿਆ ਸੀਗਾ ਜਾ ਕੇ ਭਈ ਪਿੰਡ ਦੇ ਵਿੱਚ 70 ਕੁ ਸੁਈਸਾਈਡ ਹੋਈਆਂ ਸੀਗੀਆਂ, ਆਤਮ ਹੱਤਿਆ। ਉਹਦੇ ਵਿੱਚੋਂ 40 ਸੀ ਜਿਹੜੇ ਕਿਸਾਨਾਂ ਨੇ ਸੁਈਸਾਈਡ ਕੀਤੀਆਂ ਸੀਗੀਆਂ। ਉਸ ਪਿੰਡ ਦੇ ਵਿੱਚ ਅਸੀਂ 66 ਪਰਿਵਾਰ 5 ਮਹੀਨੇ ਪਹਿਲਾਂ, 6 ਮਹੀਨੇ ਪਹਿਲਾਂ 66 ਪਰਿਵਾਰ ਆਇਡੈਂਟੀਫਾਈ ਕੀਤੇ ਸੀਗੇ। ਉਹਨਾਂ 66 ਦੇ ਵਿੱਚੋਂ 24 ਘਰ ਨਵੇਂ ਬਣਨੇ ਆ, 3 ਘਰ ਬਣ ਚੁੱਕੇ ਨਵੇਂ ਕੰਪਲੀਟ ਹੋ ਗਏ ਆ, ਬਾਕੀ ਉਹ ਵੀ ਪਲਾਨ 'ਚ ਬਣਨੇ, ਜਿਹੜੇ 21 ਰਹਿੰਦੇ ਆ ਉਹ ਵੀ ਹੌਲੀ ਹੌਲੀ, ਕਿਉਂਕਿ ਅਸੀਂ ਸਾਰੀ ਚੀਜ਼ ਦੇਖਦੇ ਕਿਹੜੀ ਕੁਆਲਿਟੀ ਦੀ ਬਣ ਰਹੀ ਆ। ਕੁਆਲਿਟੀ ਬਹੁਤ ਵਧੀਆ ਹੋਣੀ ਚਾਹੀਦੀ ਆ। 7 ਘਰ ਰਿਪੇਅਰ ਕਰਨੇ ਜਿਹੜੇ ਭਈ ਠੀਕ ਕਰਨ ਵਾਲੇ ਆ। ਹੋਰ ਵੀ ਜਿੱਦਾਂ ਨਿੱਕੀਆਂ ਸੇਵਾ ਚੱਲਦੀਆਂ ਸਾਈਡ 'ਤੇ, ਜਿੱਦਾਂ ਕਿਸੇ ਦੇ ਬਿੱਲ ਤਾਰ ਦਿੱਤੇ, ਕਿਸੇ ਦੀ ਹੋਰ ਮਦਦ ਕਰ ਦਿੱਤੀ, ਕਿਸੇ ਨੂੰ ਰਾਸ਼ਨ ਪਾਣੀ ਦੇ ਦਿੱਤਾ। ਤੁਸੀਂ ਜਦੋਂ ਫੋਟੋਆਂ ਦੇਖਦੇ ਸੇਵਾਦਾਰਾਂ ਦੀਆਂ, ਉੱਥੇ ਪੰਜਾਬ 'ਚ ਜਿੱਦਾਂ ਦਿੱਲੀ ਦਾ ਕਿਤੇ ਸੇਵਾ ਕਰਦੇ ਦੀਆਂ, ਅਤੇ ਮਹਾਰਾਸ਼ਟਰ ਵੀ ਭਾਈ ਕੁਲਵੰਤ ਸਿੰਘ ਹੁਣੀ ਅਤੇ ਉਹਨੇ ਟੀਮ ਲੱਗੀ ਹੋਈ ਆ, ਜਿਹੜੇ ਵੀ ਸਿੰਘ ਸਭਾ ਦਾਦਰ ਵਾਲੇ ਆਕਸੀਜਨ ਦੀ ਸੇਵਾ ਕਰ ਰਹੇ। ਜਦੋਂ ਇੱਦਾਂ ਦੀ ਸੇਵਾ ਕਰਦੇ ਉੱਥੇ ਬਹੁਤ ਖਤਰਾ, ਬਹੁਤ ਹੀ ਕਹਿ ਲਓ ਭਈ ਪ੍ਰੋਬਲਮਾਂ, ਮੁਸ਼ਕਿਲਾਂ ਆਉਂਦੀਆਂ, ਪਰ ਉਹ ਹਟਦੇ ਨਹੀਂ ਸੇਵਾ ਕਰਨੋਂ, ਚੜ੍ਹਦੀ ਕਲਾ ਸੇਵਾ ਕਰ ਰਹੇ ਆ। ਸੋ ਅਸੀਂ ਬੜੇ ਭਈ ਆਪਣੇ ਨੂੰ ਕਿਸਮਤ ਵਾਲੇ ਸਮਝਦੇ ਭਈ ਸਾਡੇ ਕੋਲ ਇੱਦਾਂ ਦੇ ਵੋਲੰਟੀਅਰ ਹੈਗੇ ਆ। ਮੈਨੂੰ ਕਈ ਵਾਰੀ ਸਵਾਲ ਆਉਂਦੇ ਭਈ ਸੌਰੀ ਵਿੱਚੋਂ ਆ ਜਾਂਦੇ ਆ ਮੇਰੀ ਆਪਣੀ ਹੈਲਥ ਦੇ। ਸਾਡੀ ਹੈਲਥ ਠੀਕ ਆ ਹੁਣ, ਹੋਪਫੁਲੀ ਗੁਰੂ ਕਿਰਪਾ ਨਾਲ ਸ਼ਾਇਦ ਕਿਡਨੀ ਦਾ ਟ੍ਰਾਂਸਪਲਾਂਟ ਹੋ ਜਾਊਗਾ, ਸ਼ਾਇਦ 1 ਮਹੀਨਾ 2 ਮਹੀਨੇ, ਪਤਾ ਨਹੀਂ, ਜਦੋਂ ਇੱਥੇ ਹਾਲੇ ਤੱਕ ਕੋਵਿਡ ਨਾਲ ਬੰਦ ਸਾਰਾ ਕੁਛ ਹੈਗਾ। ਅਤੇ ਇੱਕ ਦੋ ਡੋਨਰ ਮੇਰੇ ਨਾਲ ਮਿਲ ਰਿਹਾ ਮੇਰੀ ਕਿਡਨੀ ਨਾਲ, ਮੇਰੇ ਖੂਨ ਦਾ ਜਿੱਦਾਂ ਸੇਮ ਗਰੁੱਪ, ਸ਼ਾਇਦ ਸਾਡਾ ਭਈ ਟ੍ਰਾਂਸਪਲਾਂਟ ਹੋ ਜਾਊਗਾ, ਪਰ ਉਹ ਗੁਰੂ ਕਿਰਪਾ ਨਾਲ ਹੋਣਾ ਸਾਰਾ ਕੁਛ। ਕੋਈ ਫਿਕਰ ਦੀ ਗੱਲ ਨਹੀਂ, ਹਾਲੇ ਤੱਕ ਸਾਰਾ ਕੁਛ ਤੁਹਾਡੇ ਸਾਹਮਣੇ ਅਸੀਂ ਹੈਗੇ ਹਾਂ। ਕਿਡਨੀ ਫੇਲ ਹੋ ਗਈ ਹੈ ਤਾਂ ਮਤਲਬ ਨਹੀਂ ਪਈ ਸਾਡਾ ਦਿਲ ਜਾਂ ਸਾਡਾ ਦਿਮਾਗ ਫੇਲ ਹੋ ਗਿਆ, ਕੰਮ ਚੱਲੀ ਜਾਂਦਾ ਆ। ਸੋ ਤੁਹਾਡਾ ਥੈਂਕ ਯੂ। ਸੋ ਪੰਜਾਬ ਦੇ ਵਿੱਚ ਹੋਰ ਵੀ ਜਿਹੜਾ ਸੇਵਾ ਚੱਲ ਰਹੀਆਂ ਆ, ਇਹਦੇ ਵਿੱਚ 200 ਪਰਿਵਾਰ ਆ ਜਿਨ੍ਹਾਂ ਦੇ 84 ਮਗਰੋਂ ਭਈ ਕੁਛ ਰਹਿ ਨਹੀਂ ਗਿਆ, ਉਹਦੀਆਂ ਹਰ ਮਹੀਨੇ ਸੇਵਾ ਚੱਲਦੀਆਂ ਆ। ਜਿਹੜੇ ਭਈ ਗਰੀਬ ਲੋਕ ਆ, ਹਰ ਮਹੀਨੇ ਕਿੰਨੇ ਆਪਰੇਸ਼ਨ ਫ੍ਰੀ ਹੁੰਦੇ ਉਹਨਾਂ ਦੇ, 5 ਟਿਊਸ਼ਨ ਸੈਂਟਰ ਫ੍ਰੀ, ਜਿਹੜੇ ਭਈ ਫ੍ਰੀ ਚੱਲਦੇ ਆ ਏਰੀਆ ਜਿੱਥੇ ਭਈ ਬੱਚੇ ਨੂੰ ਲੋੜਿਆ। ਇੱਕ ਫ੍ਰੀ ਸਕੂਲ ਚੱਲਦਾ ਸੰਗਰੂਰ ਦੇ ਵਿੱਚ, ਅਤੇ ਜੰਮੂ ਦੇ ਵਿੱਚ ਗੁਰੂ ਨਾਨਕ ਹੌਸਪੀਟਲ ਚਲਾ ਰਹੇ ਆ, ਅਤੇ ਹੋਰ ਵੀ 1-2 ਪ੍ਰੋਜੈਕਟ ਹੈਗੇ ਆ। ਇਹਦਾ ਮਤਲਬ ਨਹੀਂ ਅਸੀਂ ਵੀ ਬਾਹਰ ਸੇਵਾ ਕਰਦੇ, ਪੰਜਾਬ ਨਹੀਂ ਕਰਦੇ। ਪੰਜਾਬ ਤਾਂ ਬਹੁਤ ਸੇਵਾ ਚੱਲ ਰਹੀ, ਕੰਮ ਚੱਲ ਰਿਹਾ, ਪ੍ਰੋਜੈਕਟ ਚੱਲ ਰਿਹਾ, ਪਰ ਪੰਜਾਬ ਦੇ ਵਿੱਚ ਕੰਮ ਕਰਨਾ ਮਾੜਾ ਜਿਹਾ ਔਖਾ ਹੁੰਦਾ ਸਾਰਿਆਂ ਨਾਲੋਂ, ਕਿਉਂਕਿ ਜਿਹੜੀ ਇੰਡੀਆ ਦੀ ਗੌਰਮੈਂਟ ਆ ਉਹਦਾ ਸਿਸਟਮ ਸਾਰੇ ਤੋਂ ਜ਼ਿਆਦਾ ਔਖਾ। ਸੋ 22 ਸਾਲ ਪਹਿਲਾਂ ਮੇਰੀ ਵੀ ਮੈਂ ਵੀ ਕਹਿ ਸਕਦਾ ਸੀ 22 ਸਾਲ ਪਹਿਲਾਂ ਬਹਿ ਕੇ ਮੈਂ ਵੀ ਇੱਦਾਂ ਕਹੀ ਜਾਣਾ ਸੀ, ਉਂਗਲਾਂ ਮਾਰੀਆਂ ਨਾ ਵੀ ਤੁਸੀਂ ਆਹ ਨਹੀਂ ਕਰਦੇ, ਜੋ ਨਹੀਂ ਕਰਦੇ, ਉਹ ਨਹੀਂ ਕਰਦੇ, ਪਰ ਅਸੀਂ ਕਿਹਾ ਨਹੀਂ, ਅਸੀਂ ਉਂਗਲ ਨਹੀਂ ਇੱਦਾਂ ਕਰਨੀ, ਅਸੀਂ ਬਸ ਉਂਗਲ ਆਪਣਾ ਹੱਥ ਉਠਾਉਣਾ, ਕੁਛ ਕਰੀਏ। ਫਿਰ ਖਾਲਸਾ ਏਡ ਪੈਦਾ ਹੋਈ ਸੀਗੀ। ਕਈ ਬੰਦੇ ਤੁਹਾਨੂੰ ਕਈ ਵਾਰੀ ਝੂਠ ਬੋਲ ਰਹੇ ਪੋਸਟ ਪਾ ਕੇ ਭਈ ਖਾਲਸਾ ਏਡ ਪਹਿਲਾਂ ਪੰਜਾਬ ਦੇ ਸ਼ੁਰੂ ਕੀਤੀ ਗਈ ਸੀਗੀ, ਫਿਰ ਪੈਸੇ ਬਾਹਰ ਲਾਉਣ ਲੱਗ ਪਏ। 10 ਸਾਲ ਸਾਡੇ ਦੇਖ ਲਓ ਪ੍ਰੋਜੈਕਟ ਪਹਿਲਾਂ ਬਾਹਰ ਹੀ ਸੀਗੇ, ਫਿਰ ਅਸੀਂ ਪੰਜਾਬ ਬੜੇ, ਆਪਣੀਆਂ ਜੜ੍ਹਾਂ ਬਣਾ ਕੇ, ਜੜ੍ਹਾਂ 'ਤੇ ਆਪਣਾ ਬੇਸ ਪੱਕਾ ਬਣਾ ਕੇ ਪੰਜਾਬ ਬੜੇ, ਵੀ ਤੁਹਾਨੂੰ ਵੀ ਪਤਾ ਹੋਵੇ ਵੀ ਅਸੀਂ ਜੋ ਕਹਿੰਦੇ ਕਰਦੇ ਹਾਂ। ਸੋ ਬਹੁਤ ਚੜ੍ਹਦੀ ਕਲਾ ਹੁਣ ਇਸ ਵੇਲੇ ਸਾਰੀ ਦੁਨੀਆ ਵਿੱਚ। ਦੇਖੋ ਇੱਥੇ ਦੀ ਇੱਕ ਬਹੁਤ ਵੱਡੀ ਲੇਖਕ ਦੁਨੀਆ ਦੀ ਗੋਰੀ, ਉਹਨੇ ਲੱਖਾਂ ਤੋਂ ਲੱਖ ਦੇ ਉੱਤੇ ਜਿਹੜੇ ਪਾਉਂਡ ਆ ਭਈ ਤੁਸੀਂ ਜਾਓ ਇੰਡੀਆ ਸੇਵਾ ਹੋਰ ਕਰੋ। ਇੱਕ ਅਮਰੀਕਾ ਦੇ ਵਿੱਚ ਗੋਰੀ ਆ ਅਮਰੀਕਨ, ਉਹਨੇ $1 ਲੱਖ ਦਿੱਤਾ
ਇੱਕ ਅਮਰੀਕਾ ਗੋਰਿਆਂ ਦੀ ਕੰਪਨੀ ਆ, ਉਹਨੇ $1 ਲੱਖ ਦਿੱਤਾ। ਇੱਕ ਹੋਰ ਕੰਪਨੀ ਆ ਜਿਹੜੀ ਸਿੱਖ ਨਹੀਂ ਗੀ, ਉਹਨੇ $1.25 ਲੱਖ ਦਿੱਤਾ। ਕਈ ਹੈਗੇ ਜਿਹੜੇ ਨਹੀਂ ਸਿੱਖ, ਉਹ ਖਾਲਸਾ ਏਡ ਨੂੰ ਬਹੁਤ ਪਿਆਰ ਕਰਦੇ ਆ। ਉਹ ਕਹਿੰਦੇ ਵੀ ਤੁਸੀਂ ਹੋਰ ਕਰੋ, ਦੁਨੀਆ ਦੇ ਵਿੱਚ ਵੀ ਕਰੋ, ਪੰਜਾਬ ਵੀ ਕਰੋ, ਇੰਡੀਆ ਵੀ ਕਰੋ। ਉਹ ਸਾਨੂੰ ਬਹੁਤ ਸਾਥ ਦੇ ਰਹੇ ਆ। ਇੱਥੇ ਵੀ ਇੰਗਲੈਂਡ ਦੇ ਵਿੱਚ ਵੀ ਬਹੁਤ ਜਿਹੜੇ ਭਈ ਨਹੀਂ ਵੀ ਸਿੱਖ, ਉਹ ਸਾਡੇ ਨਾਲ ਪਿਆਰ ਕਰਦੇ। ਕਿ ਇੱਥੇ ਅੱਜ ਮੈਂ ਇੱਕ ਖਬਰ ਸਾਂਝੀ ਕਰਦਾ ਸੀਗਾ ਭਈ 2015-14 ਵਿੱਚ ਅਸੀਂ ਮਦਦ ਕੀਤੀ ਹੜ੍ਹਾਂ ਦੇ ਵਿੱਚ ਇੰਗਲੈਂਡ ਦੇ ਵਿੱਚ, ਅਤੇ 3-4 ਸਾਲ ਬਾਅਦ ਇੱਕ ਚਿੱਠੀ ਸਾਨੂੰ ਆਈ। ਉਹਦੇ ਵਿੱਚ ਸੀਗਾ ਭਈ 10,000 ਪਾਉਂਡ ਦਾ ਚੈੱਕ ਸੀਗਾ। ਉਹ ਇੱਕ ਗੋਰੇ ਨੇ ਪਾਈ ਸੀ ਚਿੱਠੀ, ਕਹਿੰਦਾ ਭਈ ਅੰਗਰੇਜ਼ ਸੀਗਾ, ਕਹਿੰਦਾ ਮੇਰੀ ਭੈਣ ਜਿੱਥੇ ਰਹਿੰਦੀ ਸੀਗੀ, ਜਿੱਥੇ ਹੜ੍ਹ ਆਏ ਸੀਗੇ, ਤੁਸੀਂ ਮਦਦ ਕੀਤੀ ਸੀਗੀ, ਉਹ ਪੂਰੀ ਹੋ ਗਈ। ਉਹਨੇ ਆਪਣੇ ਲਿਖਿਆ ਸੀਗਾ ਜਿਹੜਾ ਆਖਰੀ ਪੱਤਰ, ਭਈ ਮੈਂ 10,000 ਪਾਉਂਡ ਖਾਲਸਾ ਜਿਹੜੇ ਸਿੱਖ ਆਏ ਸੀ ਪੱਗਾਂ ਬੰਨ੍ਹੀਆਂ ਕੇ ਮਦਦ ਕੀਤੀ, ਉਹਨਾਂ ਨੂੰ 10,000 ਪਾਉਂਡ ਮੈਂ ਦੇਣਾ ਚਾਹੁੰਦੀ ਜਦੋਂ ਮੇਰੀ ਮੌਤ ਹੋ ਗਈ। ਉਹ ਵਿਚਾਰੀ ਨੂੰ ਪਤਾ ਨਹੀਂ ਕਿ ਬਿਮਾਰੀ ਸੀਗੀ, ਉਹ ਦੁਨੀਆ ਛੱਡ ਕੇ ਚਲ ਗਈ, ਅਤੇ 10,000 ਪਾਉਂਡ ਉਹਦੇ ਵਕੀਲ ਨੇ ਸਾਨੂੰ ਭੇਜਿਆ। ਆਹ ਪਿਆਰ ਕਹਿੰਦੇ ਖਾਲਸਾ ਏਡ ਨੂੰ। ਸਾਰੀ ਦੁਨੀਆ 'ਚ ਖਾਲਸਾ ਦਾ ਪਿਆਰ ਆ, ਬਸ ਥੋੜ੍ਹੇ ਜਿਹੇ ਆਪਣੇ ਆ ਜਿਹੜੇ ਨਹੀਂ ਪਿਆਰ ਕਰੂਗੇ, ਉਹ ਸਾਨੂੰ ਪਤਾ ਆ। ਪਰਸਨਲੀ ਮੈਨੂੰ ਹੁਣ ਆਪਣੀ ਕੋਈ ਕਿਡਨੀ ਦੇਣਾ ਚਾਹੁੰਦੇ ਆ ਇੱਥੇ ਇੰਗਲੈਂਡ ਦੇ ਵਿੱਚ, ਹੁਣ ਉਹਨਾਂ ਦੀ ਟੈਸਟਿੰਗ ਹੋ ਰਹੀ ਆ, ਉਹ ਸਿੱਖ ਨਹੀਂ ਗਏ, ਉਹ ਮੈਨੂੰ ਕਿਡਨੀ ਦੇਣਾ ਚਾਹੁੰਦੇ ਆ। ਇਹਨੂੰ ਕਹਿੰਦੇ ਪਿਆਰ। ਜਦੋਂ ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਲੱਗ ਪਵਾਂਗੇ, ਅਸੀਂ ਸਾਰੇ ਦੁਨੀਆ ਦੇ ਵਿੱਚ ਜਿਹੜਾ ਸੇਵਾ ਚੱਲਦੀ ਆ, ਪੰਜਾਬ ਚੱਲਦੀ, ਜਿੱਥੇ ਵੀ ਚੱਲਦੀ ਆ, ਇਹ ਨਹੀਂ ਕਹਿ ਸਕਦੇ ਉੱਥੇ ਨਾ ਕਰੋ, ਉੱਥੇ ਨਾ ਕਰੋ। ਸਾਡੇ ਲਈ ਸਾਰੇ ਇਨਸਾਨ ਆ। ਇਕੱਲੀ ਖਾਲਸਾ ਏਡ ਨਹੀਂ ਸੇਵਾ ਕਰਦੀ, ਬਹੁਤ ਸੰਸਥਾ ਸੇਵਾ ਕਰ ਰਹੀਆਂ, ਬਹੁਤ ਹੀ ਜਿਹੜੇ ਭਈ ਸਿੰਘ ਸਿੰਘਣੀਆਂ ਸੇਵਾ ਕਰ ਰਹੇ ਆ, ਪਿੰਡਾਂ 'ਚ ਬਹੁਤ ਸੇਵਾ ਚੱਲਦੀਆਂ ਆ। ਇਹ ਨਹੀਂ ਪਈ ਅਸੀਂ ਆਪਣੀ ਫੀਤਾ ਲਾ ਲਈਏ ਇਕੱਲੇ, ਅਸੀਂ ਨਹੀਂ, ਬਿਲਕੁਲ ਨਹੀਂ, ਅਸੀਂ ਇਕੱਲੇ ਨਹੀਂ ਕਰ ਰਹੇ। ਬਹੁਤ ਹੀ ਸੇਵਾ ਗਰੁੱਪ ਹੈਗੇ ਆ ਜਿਹੜੇ ਬਹੁਤ ਵਧੀਆ ਸੇਵਾ ਕਰ ਰਹੇ। ਸੋ ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦਾ ਖਾਲਸਾ ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਬਹੁਤ ਹੀ ਜਾਣਕਾਰੀ ਭਰਪੂਰ ਗੱਲਬਾਤ ਜਿਹੜੀ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਦੇ ਨਾਲ ਹਰਜਿੰਦਰ ਸਿੰਘ ਥਿੰਦ ਉਹਨਾਂ ਦੇ ਇੰਟਰਵਿਊ ਸੈਗਮੈਂਟ ਦੇ ਵਿੱਚ ਚੱਲ ਰਹੀ ਹੈ। ਬਹੁਤ ਹੀ ਗੌਰਵਮਈ ਇਤਿਹਾਸ ਹੈ ਜਿਸ 'ਤੇ ਸਾਨੂੰ ਮਾਣ ਹੈ। ਇਸ ਦੇ ਬਹੁਤ ਸਾਰੇ ਪੱਖ ਜਿਹੜੇ ਜਾਣਨੇ ਬਹੁਤ ਜ਼ਰੂਰੀ ਹਨ, ਜਿਨ੍ਹਾਂ ਤੋਂ ਸਾਡੇ ਵਿੱਚੋਂ ਬਹੁਤ ਸਾਰੇ ਅਣਜਾਣ ਹਨ। ਔਰ ਸਾਨੂੰ ਗੁਰੂ ਸਾਹਿਬਾਨ ਨੇ ਜਿਹੜਾ ਅੰਨੇ ਸ਼ਰਧਾਲੂ ਨਹੀਂ ਬਣਾਇਆ, ਬਲਕਿ ਸਾਨੂੰ ਸਿੱਖੀ ਸਿਧਾਂਤ ਦਿੱਤੇ ਹਨ। ਮਜ਼ਲੂਮ 'ਤੇ ਜ਼ੁਲਮ ਨਹੀਂ ਹੋਣ ਦੇਣਾ, ਨਾ ਕਿਸੇ ਤੋਂ ਡਰਨਾ ਹੈ, ਨਾ ਕਿਸੇ ਨੂੰ ਡਰਾਉਣਾ ਹੈ, ਨਾ ਜ਼ੁਲਮ ਕਿਸੇ 'ਤੇ ਕਰਨਾ ਹੈ ਅਤੇ ਨਾ ਜ਼ੁਲਮ ਸਹਿਣਾ ਹੈ, ਬਲਕਿ ਕਿਸੇ 'ਤੇ ਹੁੰਦਾ ਜ਼ੁਲਮ ਵੇਖ ਕੇ ਅੱਖਾਂ ਵੀ ਮੀਟ ਕੇ ਪਰੇ ਨਹੀਂ ਹੋ ਜਾਣਾ, ਬਲਕਿ ਮਜ਼ਲੂਮ ਦੇ ਨਾਲ ਖੜਨਾ ਹੈ। ਸੋ ਇਹੋ ਜਿਹੇ ਸਿਧਾਂਤ ਹਨ, ਔਰ ਜਿਹੜਾ ਕਿ ਅੱਜ ਵੀ ਖਾਲਸਾਈ ਰੂਪ ਦੇ ਵਿੱਚ ਸਿੱਖੀ ਸਿਧਾਂਤਾਂ ਨੂੰ ਜਿਹੜਾ ਮੱਦੇਨਜ਼ਰ ਰੱਖਦੇ ਹੋਏ ਕੌਮ ਦੇ ਬਹੁਤ ਸਾਰੇ ਲੋਕ ਹਨ ਜਿਹੜੇ ਸੇਵਾ ਨਿਭਾ ਰਹੇ ਹਨ। ਆਓ ਇਸ ਲੜੀਵਾਰ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸਿੱਖ ਇਤਿਹਾਸ ਦੇ ਪੰਨਿਆਂ 'ਚੋਂ ਪ੍ਰੋਫੈਸਰ ਕਸ਼ਮੀਰਾ ਸਿੰਘ ਹੋਰਾਂ ਨੇ ਜਿਹੜਾ ਪਿਛਲੇ ਦਿਨੀ ਇੱਕ ਨਵਾਂ ਕਨਸੈਪਟ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇੱਕ ਧਾਰਮਿਕ ਲੀਡਰ ਸਨ, ਉੱਥੇ ਉਹਨਾਂ ਨੇ ਕਿਸਾਨਾਂ ਦੇ ਲੀਡਰ ਦੇ ਤੌਰ ਦੇ ਉੱਤੇ ਇੱਕ ਬਹੁਤ ਵੱਡੀ ਪ੍ਰਾਪਤੀ ਲਈ ਭੋਏ ਵੱਤਰ ਕਰ ਦਿੱਤੀ ਸੀ, ਰਾਹ ਪੱਧਰਾ ਕਰ ਦਿੱਤਾ ਸੀ ਕਿ ਜਿਹੜੇ ਵੀ ਮੁਜ਼ਾਰੇ ਨੇ, ਜਿਹੜੇ ਜਗੀਰਦਾਰੀ ਸਿਸਟਮ ਦੇ ਵਿੱਚ ਜ਼ਮੀਨ ਵਾਹੁੰਦੇ ਨੇ ਪਰ ਉਹਨਾਂ ਦੀ ਜ਼ਮੀਨ ਕੋਈ ਨਹੀਂ, ਉਹਨਾਂ ਨੂੰ ਜ਼ਮੀਨ ਦਿਵਾਈ ਜਾਏ। ਜ਼ਮੀਨ ਹਲ ਵਾਹਕ ਦੀ ਇਹ ਮੂਵਮੈਂਟ ਦੇ ਬੀਜ ਉਦੋਂ ਹੀ ਬੀਜੇ ਗਏ ਸਨ ਅਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਭੇਜਿਆ ਅਤੇ ਕਿਸਾਨਾਂ ਨੇ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਜਗੀਰਦਾਰੀ ਢਾਂਚੇ ਨੂੰ ਖੇਰੂ ਕਰਨ ਦੇ ਵਿੱਚ ਮਦਦ ਕੀਤੀ ਅਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਕਿੰਨਾ ਸ਼ਕਤੀਸ਼ਾਲੀ ਬਣ ਗਿਆ। ਕਿਸਾਨਾਂ ਦੇ ਵਿੱਚ ਮੁਜ਼ਾਰਿਆਂ ਨੂੰ ਜਿਹੜੀ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦਾ ਭੇਜਿਆ ਹੋਇਆ ਇਹ ਅੰਬੈਸਡਰ ਗੁਰੂ ਸਾਹਿਬ ਦਾ ਬੰਦਾ ਸਿੰਘ ਬਹਾਦਰ, ਇਹਨਾਂ ਦੇ ਇਸ ਯੁੱਗ ਤੋਂ ਪਿੱਛੋਂ ਫਿਰ ਕੀ ਹੁੰਦਾ ਹੈ? ਫਿਰ ਕਾਫੀ ਗੈਪ ਪੈ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਿੱਛੋਂ ਪੰਜਾਬ ਦੇ ਕਿਸਾਨਾਂ ਦਾ ਕੀ ਬਣਿਆ, ਪੰਜਾਬ ਦੀ ਕਿਸਾਨੀ ਦਾ ਕੀ ਬਣਿਆ ਅਤੇ ਪੰਜਾਬ ਦਾ ਕੀ ਬਣਿਆ? ਔਰ ਉਸ ਤੋਂ ਬਾਅਦ ਖਾਲਸੇ ਦੀ ਸਿਰਜਣਾ ਤਾਂ ਹੋ ਚੁੱਕੀ ਸੀ, ਕਿਸਾਨਾਂ ਦਾ ਮਸਲਾ ਵੀ ਕਾਫੀ ਹੱਦ ਤੱਕ ਹੱਲ ਹੋ ਗਿਆ ਸੀ, ਪਰ ਮਿਸਲਾਂ ਤੱਕ ਕੀ ਹੁੰਦਾ ਰਿਹਾ ਉਹ ਇਤਿਹਾਸ ਦੇ ਪੰਨਿਆਂ ਨੂੰ ਅੱਜ ਟਟੋਲਿਆ ਜਾਏਗਾ ਅਤੇ ਪ੍ਰੋਫੈਸਰ ਸਾਹਿਬ ਸਾਨੂੰ ਦੱਸਣਗੇ ਕਿ ਉਹਨਾਂ ਸਮਿਆਂ ਦੇ ਵਿੱਚ ਕੀ ਕੁਝ ਹੋਇਆ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਫੈਸਰ ਸਾਹਿਬ। ਸਰ, ਥੈਂਕ ਯੂ।
ਥਿੰਦ ਸਾਹਿਬ ਅਸਲ ਤੁਹਾਨੂੰ ਯਾਦ ਹੋਣਾ ਜਦ ਆਪਾਂ ਗੱਲ ਕੀਤੀ ਸੀ ਤਾਂ ਉਹਦੇ 'ਚ ਇਹ ਗੱਲ ਹੋਈ ਸੀ ਵੀ ਸਿੱਖ ਰਾਜ ਦੀ ਸਥਾਪਨਾ ਕਿੱਦਾਂ ਹੋਈ। ਆਹ ਪੀਰੀਅਡ ਤਾਂ ਹੈ ਜਿਹਦੀ ਤੁਸੀਂ ਗੱਲ ਕੀਤੀ ਹੈ। ਉਹ ਮੈਂ ਇਹ ਕਹਿਣਾ ਚਾਹੁੰਦਾ ਸੀ ਜੀ, ਇਹ ਤੋਂ ਪਹਿਲਾਂ 2 ਮਿੰਟ ਮੈਨੂੰ ਤੁਸੀਂ ਦਿਓ ਇਹ ਦੱਸਣ ਦੇ ਲਈ ਵੀ ਜਿਹੜਾ ਖਿੱਤਾ ਜਿਹੜੇ ਬੰਦੇ ਅਸਲ 'ਚ ਪੰਜਾਬ ਦੇ ਨਾਲ ਹੈਗੇ ਸੰਬੰਧਤ, ਉਹਨਾਂ ਦੇ ਲਈ ਆ ਪ੍ਰੋਗਰਾਮ ਹੈਗਾ ਜ਼ਿਆਦਾ, ਉਹ ਇੰਟਰਸਟਿਡ ਆ, ਉਹਨਾਂ ਨੂੰ ਇਹ ਜਾਣਨਾ ਜ਼ਰੂਰੀ ਹੈ। ਅੱਜ ਦਾ ਪ੍ਰੋਗਰਾਮ ਜਿਹੜਾ ਪੰਜਾਬ ਜਿਹੜਾ ਹੈਗਾ, ਜਿਸ ਵੇਲੇ ਆਰੀਅਨ ਲੋਕ ਆਏ ਆ ਜੀ, ਆਰੀਅਨ ਵੇਲੇ ਕੋਈ ਕਬੀਲੇ ਹੁੰਦੇ ਸੀ, ਕੋਈ ਕਿਤੇ ਬੈਠਾ ਸੀ, ਕੋਈ ਕਿਤੇ ਬੈਠਾ ਸੀ, ਕੋਈ ਨਹੀਂ ਸੀ ਸਾਡੇ ਕੋਲ ਕੋਈ ਉਸ ਸਮੇਂ ਦੇ ਕਿਸੇ ਰਾਜ ਦੀ ਰਿਕਾਰਡਡ ਹਿਸਟਰੀ ਹੈ ਨਹੀਂ ਸਾਡੇ ਕੋਲ। ਉਹ ਤੋਂ ਬਾਅਦ ਜੇ ਅਸੀਂ ਦੇਖ ਲਈਏ ਅਲੈਗਜ਼ੈਂਡਰ ਦੇ ਹਮਲੇ ਤੇ ਵੇਲੇ ਆਉਂਦੇ ਆ, ਸਿਕੰਦਰ ਦਾ ਹਮਲਾ 326 BC, ਯਾਨੀ ਤੁਸੀਂ ਕਹਿ ਸਕਦੇ ਆ ਅੱਜ ਤੋਂ 2350 ਸਾਲ ਪਹਿਲਾਂ ਹੋਇਆ। ਸਿਕੰਦਰ ਦੇ ਹਮਲੇ ਦੇ ਵੇਲੇ ਜਿਹੜੀ ਪੋਜੀਸ਼ਨ ਸੀਗੀ, ਉਸ ਵੇਲੇ ਪੋਜੀਸ਼ਨ ਇਹ ਸੀ, ਸਾਨੂੰ ਥੋੜ੍ਹਾ ਜਿਹਾ ਦਿਸਦਾ ਵੀ ਪੰਜਾਬ ਦੇ ਉੱਤੇ ਇੱਕ ਖਿੱਤੇ ਦੇ ਉੱਤੇ ਪੋਰਸ ਰਾਜ ਕਰਦਾ ਸੀ ਜੀ। ਪੋਰਸ ਦਾ ਜਿਹੜਾ ਰਾਜ ਸੀਗਾ ਜਾ ਕੇ ਉਹ ਥੋੜ੍ਹਾ ਜਿਹਾ ਚਨਾਬ ਔਰ ਜੇਹਲਮ ਦੇ ਵਿਚਾਲੇ ਸੀਗਾ। ਉਹ ਤੋਂ ਗਾਹਾਂ ਰਾਜ ਅੰਬੀ ਦਾ ਸੀ, ਟੈਕਸਲਾ ਦਾ ਸੀ, ਪੰਜਾਬ ਦਾ ਕੋਈ ਰਾਜਾ ਨਾ ਸੀ। ਇਹ ਮੈਂ ਗੱਲਾਂ ਤੁਹਾਨੂੰ ਤਾਂ ਦੱਸ ਰਿਹਾ, ਇਹ ਇਸ ਕਰਕੇ ਵੀ ਪੰਜਾਬ ਇੱਕ ਆਜ਼ਾਦ ਦੇਸ਼ ਦੇ ਤੌਰ ਤੇ ਕਦੇ ਵੀ ਐਗਜ਼ਿਸਟ ਨਹੀਂ ਕੀਤਾ, ਸਿਰਫ ਇੱਕ ਵਾਰ। ਇੱਕ ਵਾਰ ਤੋਂ ਬਿਨਾਂ ਪੰਜਾਬ ਕਦੇ ਵੀ ਇੱਕ ਦੇਸ਼ ਦੇ ਤੌਰ ਤੇ ਐਗਜ਼ਿਸਟ ਨਹੀਂ ਕੀਤਾ। ਉਹ ਹਿੱਸਾ ਰਿਹਾ, ਕਦੇ ਉਹ ਯੂਨਾਨ ਦਾ ਹਿੱਸਾ ਰਿਹਾ, ਕਦੇ ਉਹ ਈਰਾਨ ਦਾ ਹਿੱਸਾ ਰਿਹਾ, ਕਦੇ ਉਹ ਕਾਬਲ ਦਾ ਹਿੱਸਾ ਰਿਹਾ, ਕਦੇ ਉਹ ਦਿੱਲੀ ਦਾ ਹਿੱਸਾ ਰਿਹਾ, ਕਦੇ ਉਹ ਕਿਸੇ ਦਾ ਹਿੱਸਾ ਰਿਹਾ, ਪਰ ਆਪਣੇ ਤੌਰ ਤੇ ਉਹ ਕਦੇ ਜਿਹਨੂੰ ਆਪਾਂ ਕਹਿ ਸਕਦੇ ਨਾ ਕਿੰਗਡਮ ਆਫ ਪੰਜਾਬ ਨਹੀਂ ਕਦੇ ਹੋਈ। ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਟਾਈਮ ਉਹਦੀ ਗੱਲ ਆਪਾਂ ਕਹੇ ਸੁਲਤਾਨੇਟ ਆਫ ਪੰਜਾਬ ਜਿਹਨੂੰ ਆਪਾਂ ਕਹਿੰਦੇ ਆ, ਉਹ ਹੈ ਨਾ ਸੀ, ਉਹ ਕਦੇ ਵੀ ਨਹੀਂ ਹੋਈ ਹੈ। ਸਿਰਫ ਹਿਸਟਰੀ ਦੇ ਵਿੱਚ ਹੁਣ ਪੰਜਾਬ ਦੀ ਜੇ ਆਪਾਂ ਦੇਖ ਲਈਏ ਵੀ 100 ਸਾਲਾਂ ਦੀ ਹਿਸਟਰੀ ਜਾਂ ਹਜ਼ਾਰਾਂ ਸਾਲਾਂ ਦੀ ਹਿਸਟਰੀ ਦੇ ਵਿੱਚ ਵੀ ਕਦੇ ਨਹੀਂ ਹੋਇਆ ਵੀ ਪੰਜਾਬ ਇੱਕ ਆਜ਼ਾਦ ਦੇਸ਼ ਦੇ ਉੱਤੇ ਵਿਚਰਿਆ ਹੋ। ਮੈਂ ਇਹ ਨਹੀਂ ਕਹਿੰਦਾ ਪੰਜਾਬ ਹੁਣ ਵੀ ਗੁਲਾਮ ਨਹੀਂ ਹੈ, ਪਰ ਹੁਣ ਜਿਹੜਾ ਵੀ ਪੰਜਾਬ ਹੈਗਾ ਉਹ ਇੱਕ ਆਜ਼ਾਦ ਦੇਸ਼ ਦਾ ਹਿੱਸਾ ਆ, ਰਾਦਰ 2 ਆਜ਼ਾਦ ਦੇਸ਼ਾਂ ਦਾ ਹਿੱਸਾ ਆ। ਕੁਛ ਪੰਜਾਬ ਦਾ ਹਿੱਸਾ ਹਿੰਦੁਸਤਾਨ ਆਜ਼ਾਦ ਦਾ ਹਿੱਸਾ ਆ, ਕੁਛ ਪੰਜਾਬ ਦਾ ਹਿੱਸਾ ਆਜ਼ਾਦ ਪਾਕਿਸਤਾਨ ਦਾ ਹਿੱਸਾ ਹੈ ਜਾ ਕੇ। ਪਰ ਆਪਣੇ ਤੌਰ ਤੇ ਕਦੇ ਇੱਕ ਮੁਲਕ ਜਿਹਨ ਆਪਣੇ ਫੈਸਲੇ ਆਪ ਕੀਤੇ ਹੋਣ, ਜਿਹਨ ਬਾਹਰਲੇ ਨਾਲ ਰਿਲੇਸ਼ਨ ਆਪਣੇ ਆਪ ਬਣਾਏ ਹੋਣ ਜਾ ਕੇ, ਜਿਹਨ ਆਪਣਾ ਬਾਦਸ਼ਾਹ ਹੋਵੇ, ਜਿਹਦੇ ਆਪਣੇ ਅਹਿਲਕਾਰ ਹੋਵੇ, ਆਪਣਾ ਸਿੱਕਾ ਹੋਵੇ, ਆਪਣਾ ਰਾਜ ਹੋਵੇ, ਆਪ ਉਹ ਫੈਸਲੇ ਕਰਦੇ ਹੁਣ ਵੀ ਅਸੀਂ ਕੀ ਕਰਨਾ। ਹਿਸਟਰੀ ਵਿੱਚ ਸਿਰਫ ਇੱਕ ਵਾਰ ਹੋਇਆ, ਉਹ ਹੋਇਆ 1799 ਤੋਂ ਲੈ ਕੇ 1849 ਦੇ 50 ਸਾਲ ਦਾ। ਹਜ਼ਾਰਾਂ ਸਾਲਾਂ ਦੀ ਹਿਸਟਰੀ ਦੇ ਵਿੱਚ ਸਿਰਫ 50 ਸਾਲ ਪੰਜਾਬ ਆਜ਼ਾਦ ਰਹੇ, ਆਪਣੇ ਤੌਰ ਤੇ ਐਗਜ਼ਿਸਟ ਕੀਤਾ। ਬਾਕੀ ਨਹੀਂ ਉਹ ਹਿੱਸਾ ਰਿਹਾ, ਕਦੇ ਯੂਨਾਨ ਦਾ ਤੇ ਕਦੇ ਯੂਨਾਨੀਆਂ ਦਾ, ਕਦੇ ਈਰਾਨੀਆਂ ਦਾ, ਕਦੇ ਅਫਗਾਨਾਂ ਦਾ, ਕਦੇ ਦਿੱਲੀ ਵਾਲਿਆਂ ਦਾ, ਕਦੇ ਕਾਬਲ ਵਾਲਿਆਂ ਦਾ, ਇੱਦਾਂ ਹਿੱਸਾ ਰਿਹਾ। ਆਪਣੇ ਤੌਰ ਤੇ ਸਿਰਫ ਇੱਕ ਵਾਰ ਐਗਜ਼ਿਸਟ ਕੀਤਾ। ਉਹ ਕਿੱਦਾਂ ਵਜੂਦ ਦੇ ਵਿੱਚ ਆਇਆ, ਉਹਦੀ ਗੱਲ ਕਰਨੀ ਆਪਾਂ, ਉਹ ਕਿੱਦਾਂ ਵਜੂਦ ਦੇ ਵਿੱਚ ਆਇਆ। ਅੱਛਾ, ਹੁਣ ਉਹਨੂੰ ਸਮਝਣ ਦੇ ਲਈ ਦੇਖੋ, ਸਿੱਖ ਮੂਵਮੈਂਟ ਨੂੰ ਸਮਝਣ ਦੇ ਲਈ ਸਿੱਖ ਸੈਕੂਲਰਿਜ਼ਮ ਔਰ ਸਿੱਖਿਜ਼ਮ ਦਾ ਜਿਹੜਾ ਇਨਸਾਨੀਅਤ ਦਾ ਪੱਖ ਆ, ਉਹ ਸਮਝਣਾ ਬਹੁਤ ਜ਼ਰੂਰੀ ਆ। ਨਹੀਂ ਇਹ ਸਮਝ ਨਹੀਂ ਆਉਣੀ ਵੀ ਨਹੀਂ ਰਾਜ ਆਪਣਾ ਕਿੱਦਾਂ ਕਾਇਮ ਕਰ ਲਿਆ। ਇਹ ਤਾਂ ਥੋੜੇ ਜਿਹੇ ਬੰਦੇ ਸੀਗੇ ਜਿਸ ਵੇਲੇ ਬੰਦੇ ਬਹਾਦਰ ਤੋਂ ਬਾਅਦ ਪੰਜਾਬ ਦੇ ਵਿੱਚ ਆਉਂਦੇ, ਬਹੁਤ ਹੀ ਥੋੜੀ ਗਿਣਤੀ ਸੀ ਜੀ। ਈਵਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਿਹੜਾ ਪਹਿਲਾ ਸੈਂਸਸ ਹੋਇਆ ਅੰਗਰੇਜ਼ਾਂ ਨੇ ਕਰਾਇਆ, ਉਹਦੇ ਵਿੱਚ ਵੀ ਸਿੱਖ ਬਹੁਤ ਥੋੜੇ ਸੀ। ਅੱਛਾ, ਹਾਂਜੀ, ਉਹਦੇ ਵਿੱਚ ਵੀ ਸਿੱਖ ਬਹੁਤ ਥੋੜੇ ਸੀ। ਉਹਨਾਂ ਨੇ ਮਰਦਮਸ਼ੁਮਾਰੀ ਕਰਵਾਈ ਸੀ, ਪਹਿਲੀ ਵਾਰ ਨਹੀਂ ਮਰਦਮਸ਼ੁਮਾਰੀ ਕੋਈ। ਹੁਣ ਉਹ ਇਹ ਜਿਹੜਾ ਹੈਗਾ, ਤੁਸੀਂ ਦੇਖੋ, ਇਹਦੇ ਵਿੱਚ ਥੋੜੇ ਜਿਹੇ ਬੰਦਿਆਂ ਨੇ ਐਡੇ ਵੱਡੇ ਪੰਜਾਬ ਦੇ ਉੱਤੇ ਰਾਜ ਕਰ ਲਿਆ। ਇਹਨੂੰ ਸਮਝਣ ਦੇ ਲਈ ਸਿੱਖਿਜ਼ਮ ਦਾ ਜਿਹੜਾ ਇਨਸਾਨੀਅਤ ਦਾ ਪੱਖ ਆ, ਸੈਕੂਲਰਿਜ਼ਮ ਦਾ ਪੱਖ ਆ, ਉਹ ਸਮਝੇ ਤੋਂ ਬਿਨਾਂ ਇਹ ਸਮਝ ਨਹੀਂ ਆਉਣੀ। ਉਹ ਸਮਝਾਓ ਜੀ ਪਹਿਲਾਂ। ਹੁਣ ਉਹ ਮੈਂ ਦੱਸਦਾ ਜੀ। ਹੁਣ ਤੁਸੀਂ ਇਹ ਦੇਖੋ, ਈਵਨ ਜੇ ਆਪਾਂ ਗੁਰੂ ਸਾਹਿਬ ਤੋਂ ਪਹਿਲੇ ਗੁਰੂ ਸਾਹਿਬ ਤੋਂ ਹੀ ਲੈ ਲਈਏ, ਉੱਥੋਂ ਹੀ ਸ਼ੁਰੂ ਹੋ ਗਿਆ ਉਹ ਗੱਲ। ਉੱਥੇ ਹੀ ਆਪਾਂ ਦੇਖ ਲਈਏ ਵੀ ਉਹਨਾਂ ਦਾ ਸਭ ਤੋਂ ਜਿਹੜਾ ਕਲੋਜ਼ ਸਾਥੀ ਸੀਗਾ ਉਹ ਇੱਕ ਮੁਸਲਮਾਨ ਸੀਗਾ, ਮਰਦਾਨਾ ਸੀਗਾ ਜਾ ਕੇ। ਅਜੇ ਤੁਸੀਂ ਦੇਖੋ, ਬਾਲੇ ਤੇ ਤਾਂ ਸ਼ੱਕ ਹੁੰਦੀ ਆ ਵੀ ਬਾਲਾ ਹੋਇਆ ਕਿ ਨਹੀਂ ਹੋਇਆ, ਮਰਦਾਨੇ ਬਾਰੇ ਕੋਈ ਸ਼ੱਕ ਨਹੀਂ। ਔਰ ਲਾਈਫ ਲੌਂਗ ਉਹ ਉਹਨਾਂ ਦਾ ਕੰਪੈਨੀਅਨ ਰਿਹਾ। ਉੱਥੋਂ ਹੀ ਪਤਾ ਲੱਗ ਗਿਆ ਸੀ ਵੀ ਇਹ ਜਿਹੜੀ ਹੈਗੀ ਆ ਕਮਿਊਨਲਿਜ਼ਮ ਵੱਲ ਮੂਵਮੈਂਟ ਨਹੀਂ ਜਾਣੀ ਹੈ। ਠੀਕ ਹੈ, ਉੱਥੋਂ ਚਲੇ ਜਾ। ਹੁਣ ਅੱਗੇ ਜਿਸ ਵੇਲੇ ਆਉਂਦੇ ਆ, ਚੱਲਦਾ ਗਿਆ ਗੁਰੂ ਸਾਹਿਬ ਨੇ ਤਾਂ ਆਪਣੀ ਪੋਇਟਰੀ ਦੇ ਵਿੱਚ ਵੀ ਸਪਸ਼ਟ ਸਿੱਧਾ ਹੈ ਸਭ ਕੁਝ। ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਵੇਲੇ ਫੌਜ ਵੀ ਕੀਤੀ ਨਾ ਜੀ, ਉਸ ਵੇਲੇ ਫੌਜ ਦੇ ਵਿੱਚ ਵੀ ਬੜੀ ਸਿੰਘ ਸਾਹਿਬ ਉਸ ਮੁਸਲਮਾਨ ਵੀ ਸੀਗੇ ਉਹਨਾਂ ਦੀ ਫੌਜ ਦੇ ਵਿੱਚ। ਪੈਂਦੇ ਖਾਨਾ ਚਾਹੇ ਸੀਗਾ, ਬਾਅਦ ਦੇ ਵਿੱਚ ਡਿਫਰੈਂਸਿਸ ਹੋ ਗਏ ਪੈਂਦੇ ਖਾਨਾ। ਹੁਣ ਸਾਡੇ ਇਤਿਹਾਸਕਾਰ ਕੀ ਕਰਦੇ ਆ, ਪੈਂਦੇ ਖਾਨਾ ਡਿਫਰੈਂਸਿਸ ਦੀ ਗੱਲ ਕਰ ਦਿੰਦੇ ਆ, ਪੈਂਦੇ ਖਾਨਾ ਫੌਜ ਦੇ ਵਿੱਚ ਆਉਣੇ ਦੀ ਗੱਲ ਨਹੀਂ ਕਰਦੇ ਆ। ਇੱਕ ਤਾਂ ਸਿੰਘ ਸਾਹਿਬ ਮੇਰੇ ਇਹ ਸਮਝ ਨਹੀਂ ਆਉਂਦੀ ਹੈ ਕਿਉਂ ਗੱਲ ਆ ਵੀ ਸਾਡੇ ਚਾਹੇ ਇਤਿਹਾਸਕਾਰ ਜਿਹੜੇ ਹੈਗੇ ਆ ਇੱਦਾਂ ਬਣਾਈ ਜਾਂਦੇ ਆ ਹਿਸਟਰੀ ਨੂੰ ਜਾ ਕੇ
ਭਈ ਇਹ ਜਿਹੜੇ ਹੈਗੇ ਮੁਸਲਮਾਨ ਜ਼ਾਲਮ ਹੁੰਦੇ ਆ ਬਹੁਤ ਜਾ ਕੇ, ਇਹ ਹਿੰਦੂ ਸਿੱਖ ਬੀਬੇ ਰਾਣੇ ਆ ਜਾ ਕੇ, ਇਹ ਤਾਂ ਕਦੇ ਕੁਝ ਕਰਦੇ ਨਹੀਂ ਹੈ। ਉਹ ਥਿੰਦ ਸਾਹਿਬ ਇਸਲਾਮ ਦੀ ਜੇ ਹਿਸਟਰੀ ਤੁਸੀਂ ਦੇਖ ਲਓ, ਮੁਹੰਮਦ ਸਾਹਿਬ ਦੀ ਜ਼ਿੰਦਗੀ ਦੇਖ ਲਓ, ਉਹ ਰਹਿਮ ਦੇ ਐਕਟਸ ਦੇ ਨਾਲ ਭਰੀ ਪਈ ਹੈ ਜਾ ਕੇ। ਪਰ ਸਭ ਇੱਕ ਉਹ ਵੀ ਕੀ ਕਰਨ, ਔਰੰਗਜ਼ੇਬ ਨੇ ਜੋ ਜ਼ੁਲਮ ਢਾਹੇ ਆ ਘੱਟ ਗਿਣਤੀਆਂ ਤੇ, ਜਾਂ ਉਹਨੇ ਮੁਸਲਮਾਨਾਂ ਤੇ ਵੀ ਢਾਹੇ ਆ, ਪਰ ਸਿੱਖਾਂ ਨੂੰ ਉਹ ਬਹੁਤ ਚੁੱਭਦੇ ਆ। ਤੁਸੀਂ ਕਈ ਵਾਰੀ ਦੱਸਿਆ ਵੀ ਉਹਨੇ ਤਾਂ ਆਪਣਾ ਪਰਿਵਾਰ ਵੀ ਨਹੀਂ ਛੱਡਿਆ। ਔਰ ਇਸੇ ਤਰ੍ਹਾਂ ਹੀ ਕੁਝ ਕੁ ਹੋਰ ਜ਼ਾਲਮ ਬਾਦਸ਼ਾਹ ਹੋਏ ਜਿਨ੍ਹਾਂ ਨੇ ਦੰਦ ਖੱਟੇ ਕਰ ਦਿੱਤੇ, ਲੋਕਾਂ ਦੇ ਜ਼ੁਲਮ ਦੀ ਇੰਤਹਾ ਕਰ ਦਿੱਤੀ। ਇਸ ਕਰਕੇ ਉਹ ਸਮੁੱਚੇ ਇਸਲਾਮ ਵੱਲ ਨੂੰ ਇਸ਼ਾਰਾ ਹੋਣ ਲੱਗ ਪਿਆ। ਥਿੰਦ ਸਾਹਿਬ ਰੌਲਾ ਇਸ ਗੱਲ ਦਾ ਹੈਗਾ ਜਾ ਕੇ, ਕਿਹੜਾ ਰਾਜਾ ਹੈ ਜਿਹੜਾ ਜ਼ੁਲਮ ਨਹੀਂ ਕਰਦਾ ਹੈ ਜਾ ਕੇ? ਬਿਲਕੁਲ। ਕਿਹੜਾ ਰਾਜਾ ਜਿਹੜਾ ਜ਼ੁਲਮ ਨਹੀਂ ਕਰਦਾ? ਕਿਹੜਾ ਰਾਜਾ ਹੈਗਾ ਜਿਹੜਾ ਆਪਣੇ ਧਰਮ ਵਾਲਿਆਂ ਤੇ ਜ਼ੁਲਮ ਨਹੀਂ ਕਰਦਾ ਹੈ ਜਾ ਕੇ? ਮਹਾਰਾਜਾ ਰਣਜੀਤ ਸਿੰਘ ਨੇ। ਹੁਣ ਅਸੀਂ ਉਸ ਰਾਜ ਦੀ ਗੱਲ ਕਰਦੇ ਹਾਂ ਜੀ, ਜਿਸ ਰਾਜ ਦੇ ਵਿੱਚ ਬਿਲਕੁਲ ਜਿਹੜਾ ਹੈਗਾ ਕਮਿਊਨਲਿਜ਼ਮ ਹੈ ਹੀ ਨਹੀਂ ਸੀ ਮਹਾਰਾਜ ਦੇ। ਇਹ ਮੈਂ ਦੱਸ ਕੇ ਫੇਰ ਆਉਣਾ ਉੱਧਰ ਨੂੰ ਜਾ ਕੇ ਵੀ ਉਹ ਰਾਜ ਕਿੱਦਾਂ ਦਾ ਸੀ ਜਿਹਦੀ ਅਸੀਂ ਗੱਲ ਕਰਨੀ ਹੈ। ਥੋੜ੍ਹਾ ਜਿਹਾ ਸਿਰਫ ਉਹਦੇ ਮੈਂ ਦੋ ਪੱਖ ਲਊਂਗਾ, ਇੱਕ ਉਹਦਾ ਸੈਕੂਲਰਿਜ਼ਮ ਦਾ ਪੱਖ ਲਊਂਗਾ, ਇੱਕ ਹਿਊਮਨ ਰਾਈਟਸ ਦਾ ਪੱਖ ਲਊਂਗਾ ਜੀ। ਸੈਕੂਲਰਿਜ਼ਮ ਦੇ ਪੱਖ ਦੇ ਵਿੱਚ ਤੁਸੀਂ ਇਹ ਦੇਖੋ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਕਦੇ ਇਹ ਹੋਇਆ ਹੀ ਨਹੀਂ ਸੀ ਵੀ ਇਹ ਸਿੱਖ ਰਾਜ ਹੈ, ਇਹ ਪੰਜਾਬੀਆਂ ਦਾ ਰਾਜ ਹੈ, ਪੰਜਾਬੀਆਂ ਦਾ ਸਾਂਝਾ ਰਾਜ ਹੈ। ਉਹ ਹੁਣ ਆਪਾਂ ਉਹਦੀ ਗੱਲ ਇਹ ਕਰਨੀ ਵੀ ਉਹ ਬਣ ਕਿੱਦਾਂ ਗਿਆ। ਹੁਣ ਪੰਜਾਬੀਆਂ ਦੇ ਰਾਜ ਦੇ ਵਿੱਚ ਤੁਸੀਂ ਦੇਖੋ, ਹਿੰਦੂ ਸਿੱਖ ਮੁਸਲਮਾਨ ਦਾ ਉੱਥੇ ਕੋਈ ਰੌਲਾ ਨਹੀਂ ਸੀ ਹੁੰਦਾ ਹੈਗਾ। ਅੱਜ ਦੇ ਸਟੈਂਡਰਡ ਦੇ ਨਾਲ ਵੀ ਉੱਥੇ ਉਹਦਾ ਸੈਕੂਲਰਿਜ਼ਮ ਇੰਨਾ ਵਧੀਆ ਸੀ। ਅੱਜ ਅਜੇ ਰੌਲੇ ਪੈ ਰਹੇ ਆ ਫਿਰ ਇਸ ਗੱਲ ਦੇ ਉੱਤੇ ਪੇ ਜਾ ਕੇ ਤੁਸੀਂ ਦੂਜਿਆਂ ਦੇ ਨਾਲ ਚੰਗਾ ਵਰਤਾਅ ਨਹੀਂ ਕਰ ਰਹੇ। ਮਹਾਰਾਜਾ ਸਾਹਿਬ ਦੇ ਟਾਈਮ ਦੇ ਵਿੱਚ ਇਹ ਬਿਲਕੁਲ ਇਹ ਗੱਲ ਨਾ ਸੀ ਹੁੰਦੀ। ਮੈਂ ਇੱਕ ਛੋਟੀ ਜਿਹੀ ਗੱਲ ਦੱਸ ਦੇਣਾ ਤੁਹਾਨੂੰ ਜੀ। ਮਹਾਰਾਜੇ ਦੀ ਉਮਰ ਸੀ ਉਸ ਵੇਲੇ 22 ਸਾਲ ਜੀ। ਇੱਕ ਨੱਚਣ ਵਾਲੀ ਕੁੜੀ ਸੀ, ਉਹਦੀ ਉਮਰ ਸੀ 21 ਸਾਲ ਜੀ। ਮਹਾਰਾਜੇ ਨੇ ਉਹਦਾ ਨਾਚ ਦੇਖਿਆ ਜੀ, ਮੋਹਰਾਂ ਦਾ। ਹਾਂਜੀ, ਮਹਾਰਾਜੇ ਨੇ ਨਾਚ ਦੇਖਿਆ ਤੇ ਮਹਾਰਾਜਾ ਹੀ ਫੈਲ ਇਨ ਲਵ ਵਿਦ ਹਰ। ਮਹਾਰਾਜੇ ਨੇ ਕਿਹਾ ਵੀ ਇਹਦੇ ਨਾਲ ਵਿਆਹ ਕਰਾਉਣਾ ਉਦਾਂ ਹੀ ਨਹੀਂ ਲਿਆ ਕੇ ਉੱਥੇ ਰਖੀਲ ਰੱਖ ਲੈਣੀ, ਵਿਆਹ ਕਰਾਉਣਾ। ਉਹ ਮਹਾਰਾਜੇ ਨੇ ਉਹਨੂੰ ਪ੍ਰਪੋਜ਼ ਕੀਤਾ ਵੀ ਤੂੰ ਮੇਰੇ ਨਾਲ ਵਿਆਹ ਕਰਾ ਲੇਂਗੀ? ਉਹਨੇ ਕਿਹਾ ਵੀ ਮੈਂ ਵਿਆਹ ਕਰਾ ਲਵਾਂਗੀ, ਇੱਕ ਸ਼ਰਤ ਆ ਮੇਰੀ, ਸ਼ਰਤ ਇਹ ਆ ਵੀ ਮੇਰੇ ਅੱਬਾ ਦੀ ਪ੍ਰਵਾਨਗੀ ਹੋਣੀ ਚਾਹੀਦੀ ਹੈ ਇਹਦੇ 'ਚ। ਮਹਾਰਾਜੇ ਨੇ ਕਿਹਾ ਓਕੇ। ਅੱਬਾ ਨੂੰ ਪੁੱਛਿਆ ਕਿ ਅੱਬਾ ਐਗਰੀ, ਕਿਹੜਾ ਸੀ ਐਗਰੀ ਕਰਦੇ। ਉਹ ਤੋਂ ਬਾਅਦ ਮਹਾਰਾਜੇ ਦੀ ਲਾਹੌਰ ਦੇ ਉੱਤੋਂ ਬਹੁਤ ਵੱਡੀ ਬਰਾਤ ਚੱਲੀ, ਜਿਹਦੇ ਵਿੱਚ ਘੋੜੇ, ਹਾਥੀ, ਫੌਜਾਂ ਜਾ ਕੇ ਬਹੁਤ ਬੜੀ ਬਰਾਤ ਗਈ ਉੱਥੇ ਜਾ ਕੇ ਜੀ। ਫਿਰ ਵਿਆਹ ਹੋਇਆ, ਇੱਕ ਬੰਦੇ ਨੇ ਸਾਰਾ ਖਰਚਾ ਵਰਚਾ ਕੀਤਾ, ਇਹ ਨਹੀਂ ਵੀ ਜਾ ਕੇ। ਵਿਆਹ ਹੋਣ ਤੋਂ ਬਾਅਦ ਕੁਛ ਸੈਕਸ਼ਨ ਜਿਹੜਾ ਸਿੱਖਾਂ ਦਾ ਸੀ ਉਹ ਇਹਨੂੰ ਅਪਰੂਵ ਨਾ ਸੀ ਕਰਦਾ। ਉਹ ਕਹਿੰਦੇ ਸੀ ਜੀ ਇਹ ਤਾਂ ਮਹਾਰਾਜ ਨੇ ਬਹੁਤ ਗਲਤ ਕੀਤਾ ਕਿ ਮੁਸਲਮਾਨਾਂ ਨੇ ਨਾ ਵਿਆਹ ਕਰਾ ਲਿਆ ਮਹਾਰਾਜੇ ਨੇ, ਠੀਕ ਹੈ ਨਾ। ਉਹਨੇ ਜਾ ਕੇ ਮਹਾਰਾਜੇ ਨੂੰ, ਉਸ ਵੇਲੇ ਅਕਾਲ ਤਖਤ ਦੇ ਜਿਹੜੇ ਜਥੇਦਾਰ ਸੀ ਉਹ ਅਕਾਲੀ ਫੂਲਾ ਸਿੰਘ ਸੀ, ਉਹਨੇ ਮਹਾਰਾਜੇ ਨੂੰ ਤਲਬ ਕਰ ਲਿਆ ਉੱਥੇ ਵੀ ਤੁਸੀਂ ਵੀ ਆ ਕੇ ਪੇਸ਼ ਹੋ। ਕੋਰੜੇ ਵੀ ਸਜ਼ਾ ਦਿੱਤੀ ਗਈ ਜੀ ਵੀ ਮਹਾਰਾਜੇ ਦੇ ਕੋਰੜੇ ਮਾਰੇ ਜਾਣ। ਇਸ ਗੱਲ ਨੂੰ ਸਾਰੇ ਸਿੱਖ ਇਤਿਹਾਸ ਵਿੱਚ ਕਾਫੀ ਵਧਾ ਚੜਾ ਕੇ ਦੱਸਿਆ ਜਾਂਦਾ ਵੀ ਮਹਾਰਾਜ ਨੇ ਸ਼ਰਟ ਲਾਤੀ ਆਪਣੀ, ਉਹਨੇ ਕਿਹਾ ਮਾਰ ਲਓ ਜਾ ਕੇ ਜੀ, ਠੀਕ ਹੈ ਨਾ। ਐਨੀਵੇ ਮਾਰੇ ਤਾਂ ਨਹੀਂ ਗਏ, ਬਾਅਦ ਦੇ ਵਿੱਚ ਮਹਾਰਾਜ ਨੂੰ ਮਾਫ ਕਰਦਾ। ਹੁਣ ਅੱਗੇ ਗੱਲ ਇਹ ਤੁਰਦੀ, ਉਹ ਤੋਂ ਅਗਲੀ ਗੱਲ ਨਹੀਂ ਦੱਸਦੇ ਹੈ ਜੀ। ਉਹ ਤੋਂ ਅਗਲੀ ਗੱਲ ਦੱਸਦੇ ਵੀ ਉਹ ਕਹਿੰਦੇ ਜੀ ਮਹਾਰਾਜ ਨੇ ਫਿਰ ਗਲਤੀ ਮੰਨ ਲਈ। ਫਿਰ ਕੀ ਮਹਾਰਾਜ ਨੇ ਤਲਾਕ ਦੇ ਦਿੱਤਾ ਉਹਨੂੰ? ਕੀ ਮਹਾਰਾਜ ਨੇ ਫਿਰ ਛੱਡ ਦਿੱਤਾ ਉਹਨੂੰ ਜਾ ਕੇ? ਕੀ ਉਹਨੂੰ ਵਿਸਾਰ ਦਿੱਤਾ? ਨੋ, ਮਹਾਰਾਜੇ ਨੇ ਆਪਣੇ ਮਹਿਲਾਂ ਵਿੱਚ ਰੱਖੇ ਔਰ ਬੜੀ ਰਿਸਪੈਕਟਡ ਰਾਣੀ ਰਹੀ, ਬੜੀ ਉਹਦੀ ਇੱਜ਼ਤ ਸੀਗੀ। ਮਹਾਰਾਜ ਦੇ ਬੜੇ ਨੇਕ ਕੰਮ ਉਹਨੂੰ। ਨਹੀਂ, ਉਸ ਤੋਂ ਬਾਅਦ ਹਾਂਜੀ ਮੈਂ ਤਾਂ ਇਹ ਵੀ ਸੁਣਿਆ, ਤੁਸੀਂ ਹਿਸਟਰੀ ਦੇ ਪ੍ਰੋਫੈਸਰ ਹੋ, ਤੁਹਾਨੂੰ ਜ਼ਿਆਦਾ ਪਤਾ ਹੋਊ ਕਿ ਮਹਾਰਾਜ ਨੇ ਹਾਥੀ ਤੇ ਬਿਠਾ ਕੇ ਬਾਜ਼ਾਰ 'ਚ ਗੇੜਾ ਦਿੱਤਾ। ਠੀਕ ਹੈ, ਇਹ ਤੋਂ ਬਿਨਾਂ ਮੈਂ ਹੋਰ ਦੱਸਦਾ ਜੀ। ਔਰ ਉਹ ਫਿਰ ਉਹਦਾ ਨਾਂ ਜੀ ਮਾਈ ਮੋਰਾ ਪਿਆ, ਬੜੀ ਰਿਸਪੈਕਟਡ ਸੀ। ਮੋਰਾ ਸਰਕਾਰ ਦੇ ਨਾਂ ਤੇ ਹੋ ਗਈ। ਔਰ ਫਿਰ ਹੁਣ ਮਹਾਰਾਜ ਨੂੰ ਕਿਹਾ ਜੀ ਵੀ ਮੈਂ ਇੱਕ ਮਸਜਿਦ ਬਣਾਉਣਾ ਚਾਹੁੰਦੀ ਆਪਣੀ। ਮਹਾਰਾਜ ਨੇ ਫਿਰ ਉਹਦੇ ਲਈ ਮਸਜਿਦ ਬਣਾ ਕੇ ਦਿੱਤੀ। ਮੇਰਾ ਖਿਆਲ ਲਾਹੌਰ ਦੇ ਪਾਪੜ ਬਾਜ਼ਾਰ ਦੇ ਵਿੱਚ ਅਜੇ ਵੀ ਹੈਗੀ ਉਹ ਮਸਜਿਦ, ਲਾਹੌਰ ਵਾਲਿਆਂ ਨੂੰ ਪਤਾ ਹੋਣਾ। ਖੈਰ ਉਹ ਮੇਰਾ ਕਹਿਣ ਤੋਂ ਮਤਲਬ ਹੈ ਉਹ ਰਾਜਾ ਜਿਹਨੂੰ ਤੁਸੀਂ ਕਹਿੰਦੇ ਆ ਸੈਕੂਲਰਿਜ਼ਮ ਦਾ, ਉਹਦਾ ਇਹ ਹਾਲ ਸੀਗਾ। ਫਿਰ ਇੱਕ ਵਾਰ ਛੋਟੀ ਜਿਹੀ ਹੋਰ ਮਿਸਾਲ ਦਿੰਦਾ ਜੀ। ਇੱਕ ਵਾਰ ਮਹਾਰਾਜੇ ਦੇ ਕੋਲ ਫਿਰ ਕੁਝ ਸਿੱਖ ਆ ਗਏ ਜਾ ਕੇ ਜੀ ਵੀ ਇਹ ਸਵੇਰ ਨੂੰ ਮੁਸਲਮਾਨ ਬਾਂਗ ਦਿੰਦੇ ਆ ਨਵਾਜ਼ ਦੀ, ਜਾ ਕੇ ਇਹ ਗਲਤ ਗੱਲ ਆ, ਸਾਡਾ ਸਿੱਖਾਂ ਦਾ ਰਾਜ, ਇਹ ਕੀ ਕਰਦੇ ਆ? ਮਹਾਰਾਜ ਪੇ ਬੰਦ ਕਰੋ। ਮਹਾਰਾਜ ਨੇ ਕਿਹਾ ਵੀ ਚੰਗਾ ਬੰਦ ਕਰ ਦਿੰਦੇ ਆ, ਵੀ ਆਪਾਂ ਇੱਦਾਂ ਕਰਦੇ ਹਾਂ, ਤੁਸੀਂ ਫਿਰ ਇੱਦਾਂ ਕਰੋ, ਲਾਹੌਰ ਦੇ ਵਿੱਚ ਜਿੰਨੇ ਵੀ ਮੁਸਲਮਾਨ ਹੈਗੇ ਉਹ ਸਾਰਿਆਂ ਨੂੰ ਸਵੇਰ ਨੂੰ ਜਾ ਕੇ ਉਹਨਾਂ ਦੇ ਘਰ ਵਿੱਚ ਕਿਹਾ ਕਰੋ ਵੀ ਨਮਾਜ਼ ਦਾ ਟਾਈਮ ਹੋ ਗਿਆ, ਹੁਣ ਉੱਠੋ ਤਾਂ ਨਮਾਜ਼ ਪੜ੍ਹੋ। ਹੁਣ ਨਮਾਜ਼ ਤਾਂ ਨਹੀਂ ਬੰਦ ਕਰ ਸਕਦੇ, ਕਹਿੰਦੇ ਆਪਾਂ ਉਹਨਾਂ ਦੀ, ਹੁਣ ਉਹਨਾਂ ਨੂੰ ਦੱਸਣਾ ਤਾਂ ਪਊਗਾ ਵੀ ਨਮਾਜ਼ ਦਾ ਟਾਈਮ ਹੋ ਗਿਆ। ਇਸ ਕਰਕੇ ਇਹ ਡਿਊਟੀ ਤੁਸੀਂ ਲੈ ਲਓ ਵੀ ਹਰ ਮੁਸਲਮਾਨ ਦੇ ਘਰ ਵਿੱਚ ਜਾ ਕੇ ਸਵੇਰ ਨੂੰ ਤੁਸੀਂ ਉਹਨਾਂ ਨੂੰ ਜਗਾਓ ਜਾ ਕੇ ਵੀ ਨਮਾਜ਼ ਦਾ ਟਾਈਮ ਹੋ ਗਿਆ, ਜਾ ਕੇ ਨਮਾਜ਼ ਨਹੀਂ ਮੈਂ ਬੰਦ ਕਰ ਸਕਦਾ, ਠੀਕ ਹੈ ਨਾ ਜੀ। ਔਰ ਨਵਾਜ਼ ਨਹੀਂ ਪਾਉਂਦੇ, ਉਹ ਕਹਿੰਦੇ ਨਹੀਂ ਜੀ ਆਹ ਤਾਂ ਔਖਾ ਕੰਮ ਹੈ, ਇਹ ਤਾਂ ਨਹੀਂ ਸਾਡੇ ਤੋਂ ਹੋਣਾ ਚਾਹੀਦਾ। ਸੋ ਇਹ ਮੇਰਾ ਦੱਸਣ ਤੋਂ ਇਹ ਗੱਲਾਂ ਸਿਰਫ ਇਹ ਆ ਵੀ ਇਸ ਕਿਸਮ ਦਾ ਉਹ ਰਾਜ ਸੀਗਾ ਜਾ ਕੇ। ਅੱਛਾ, ਗੋਇੰਗ ਬੈਕ ਟੂ ਜਿਹੜਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਸੀ, ਉਸ ਤੋਂ ਬਾਅਦ ਕੀ ਹੋਣਾ ਸ਼ੁਰੂ? ਚਲੋ
ਉੱਥੇ ਆ ਜਾਂਦੇ ਫਿਰ ਜਾ ਕੇ। ਅਜੇ ਮੈਂ ਥੋੜ੍ਹਾ ਜਿਹਾ ਹੋਰ ਕਰਨਾ ਚਾਹੁੰਦਾ ਸੀ, ਪਰ ਕੋਈ ਨਹੀਂ, ਤੁਸੀਂ ਮੇਰਾ ਖਿਆਲ ਤੇ ਫਿਰ ਉਹ ਗੱਲ ਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਚਲੀ ਜਾਣੀ ਨਹੀਂ, ਹੈ। ਉਹ ਤਾਂ ਫੇਰ ਕਹਿੰਦਾ ਸਿਰਫ ਚਲੋ ਛੱਡੋ, ਐਨੀਵੇ ਅੱਗੇ ਆ ਜਾਂਦੇ। ਪਰ ਸਰ ਸੁਣਾਓ ਜਿਹੜੀ ਅੱਛਾ ਚਲੋ ਕੋਈ ਨਹੀਂ, ਦਿਲਚਸਪ ਨੇ ਗੱਲ। ਅੱਛਾ ਉਹਦੇ ਨਾਲ ਕੀ ਹੋਇਆ ਮੈਂ ਤੁਹਾਨੂੰ ਦੱਸਦਾ। ਬਾਕੀ ਤੁਸੀਂ ਉੱਦਾਂ ਵੀ ਤੁਸੀਂ ਦੇਖੋ ਸਿੰਘ ਸਾਹਿਬ, ਹਿਊਮਨ ਰਾਈਟਸ ਦੀ ਜੇ ਗੱਲ ਕਰੋ, ਤੁਸੀਂ ਅੱਜ ਕੱਲ੍ਹ ਦੇ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਸਾਰੇ ਰਾਜ ਦੇ ਵਿੱਚ ਇੱਕ ਵੀ ਫਾਂਸੀ ਨਹੀਂ ਲੱਗੀ। ਅੱਜ ਦੁਨੀਆ ਵਿੱਚ ਰੌਲਾ ਇਹ ਪੈ ਰਿਹਾ ਵੀ ਜਿਹੜਾ ਕਿਸੇ ਇਨਸਾਨ ਨੂੰ ਮਾਰਨਾ, ਚਾਹੇ ਲਾਅ ਦੇ ਨਾਲ ਵੀ ਮਾਰਨਾ, ਉਹ ਬੰਦ ਕੀਤਾ ਜਾਵੇ। ਗੌਰਮੈਂਟਾਂ ਨੂੰ ਵੀ ਅਧਿਕਾਰ ਨਹੀਂ ਹੋਣਾ ਚਾਹੀਦਾ ਵੀ ਕਿਸੇ ਦੀ ਜਾਨ ਲੈ ਲੈਣ। ਮਹਾਰਾਜਾ ਨੇ ਉਸੇ ਵੇਲੇ ਬੰਦ ਕੀਤੀ ਸੀ ਵੀ ਫਾਂਸੀ ਨਹੀਂ ਹੋ ਸਕਦੀ ਮੇਰੇ ਰਾਜ ਦੇ ਵਿੱਚ। ਸਿੰਘ ਸਾਹਿਬ, ਫਾਂਸੀ ਦੀ ਦੇਖੋ ਪਹਿਲਾਂ ਸਜ਼ਾਵਾਂ ਹੁੰਦੀਆਂ ਸੀ ਇੱਦਾਂ ਦੀ, ਫਾਂਸੀ ਤਾਂ ਚਾਹੇ ਨਹੀਂ ਸੀਗੀ, ਆਈ ਫॉर ਆਈ ਸੀ, ਫਾਂਸੀ ਤਾਂ ਨਹੀਂ ਸੀ, ਇੱਦਾਂ ਸੀਗੇ, ਮਾਰਦੇ ਸੀ, ਗਲ ਕੱਟਦੇ ਸੀਗੇ, ਚੀਰਦੇ ਸੀ, ਹੱਥ ਬੰਨ ਕੇ ਹੇਠਾਂ ਹਾਥੀਆਂ ਦੇ ਮੂਹਰੇ ਸਿੱਟਦੇ ਸੀ, ਹਾਥੀ ਫਿਰ ਉਹਦੇ ਉੱਪਰ ਰੱਖ ਕੇ ਉਹਨੂੰ ਮਾਰਦੇ ਸੀ। ਫਾਂਸੀ ਮੇਰਾ ਖਿਆਲ ਇੰਡੀਆ ਦੇ ਵਿੱਚ ਪਹਿਲੀ ਵਾਰ ਅੰਗਰੇਜ਼ਾਂ ਨੇ ਲਿਆਂਦੀ ਹੈ 1775 ਦੇ ਵਿੱਚ। ਇੱਕ ਬੰਦੇ ਨੂੰ ਫਾਂਸੀ ਦਿੱਤੀ ਗਈ ਹੈ ਵਾਰਨ ਹੇਸਟਿੰਗ ਦੇ ਟਾਈਮ ਦੇ ਵਿੱਚ। ਪਹਿਲਾਂ ਫਾਂਸੀ ਨਹੀਂ ਸੀ, ਹੋਰ ਤਰ੍ਹਾਂ ਮਾਰਦੇ ਹੁੰਦੇ ਸੀ, ਪਰ ਮਹਾਰਾਜੇ ਦੇ ਟਾਈਮ ਵਿੱਚ ਇਹ ਕੁਝ ਨਹੀਂ ਹੋਇਆ ਜਾ ਕੇ। ਉਹ ਜਿਹੜਾ ਹੈਗਾ ਕਿਸੇ ਬੰਦੇ ਨੂੰ ਕੋਈ ਫਾਂਸੀ ਨਹੀਂ ਦਿੱਤੀ। ਫਿਰ ਹਰ ਬੰਦੇ ਨੂੰ ਅਧਿਕਾਰ ਸੀ ਵੀ ਮਹਾਰਾਜੇ ਦੇ ਦਰਬਾਰ ਦੇ ਵਿੱਚ ਸਿੱਧਾ ਆ ਕੇ ਉਹਦਾ ਕੋਈ ਸ਼ਿਕਾਇਤ ਕਰ ਸਕਦਾ, ਸਿੱਧਾ ਸ਼ਿਕਾਇਤ ਕਰ ਸਕਦਾ, ਪੇਸ਼ ਹੋ ਕੇ ਮੇਰੀ ਆ ਸ਼ਿਕਾਇਤ ਹੈ। ਖੈਰ ਚਲੋ, 1992 ਤੋਂ ਵਿਜ਼ਨ ਟੀਵੀ ਤੇ ਤੁਸੀਂ ਵੇਖਦੇ ਆ ਰਹੇ ਹੋ ਪ੍ਰੋਗਰਾਮ ਦੇਸ਼ ਪ੍ਰਦੇਸ਼। ਧਾਰਮਿਕ, ਸਮਾਜਿਕ, ਰਾਜਨੀਤਿਕ ਸੈਗਮੈਂਟਸ ਦੇ ਨਾਲ ਪਰਿਵਾਰਕ ਗੀਤ, ਸੰਗੀਤ ਅਤੇ ਮਨੋਰੰਜਨ ਦਾ ਗੁਲਦਸਤਾ। ਹਰ ਸ਼ਨੀਵਾਰ ਦੀ ਸ਼ਾਮ 6 ਵਜੇ ਪੈਸੀਫਿਕ ਅਤੇ 9 ਵਜੇ ਈਸਟਰਨ। ਦੇਸ਼ ਪ੍ਰਦੇਸ਼। ਅਸੀਂ ਗੱਲਬਾਤ ਕਰ ਰਹੇ ਸਾਂ। ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਦੱਸ ਰਹੇ ਸੀ ਸਿੱਖ ਇਤਿਹਾਸ ਦੇ ਪੰਨਿਆਂ 'ਚੋਂ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮਜ਼ਾਰਿਆਂ ਨੂੰ ਜ਼ਮੀਨ ਦਵਾ ਦਿੱਤੀ ਔਰ ਜਗੀਰਦਾਰੀ ਸਿਸਟਮ ਨੂੰ ਜਿਹੜਾ ਖੇਰੂ ਕਰ ਦਿੱਤਾ, ਜ਼ਮੀਨ ਹਲ ਵਾਹਕ ਦੀ ਹੋ ਗਈ। ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਇਮ ਕਰਨ ਤੱਕ ਜਾਂ ਮਿਸਲਾਂ ਤੱਕ ਦਾ ਸਮਾਂ ਇੱਕ ਬਹੁਤ ਕਠਿਨ ਸਮਾਂ ਸੀ ਪੰਜਾਬ ਦੇ ਲੋਕਾਂ ਲਈ, ਸਿੱਖਾਂ ਲਈ ਖਾਸ ਤੌਰ ਦੇ ਉੱਤੇ। ਹਿਸਟਰੀ ਦੇ ਪੰਨਿਆਂ ਦੇ ਵਿੱਚ ਉਹਨਾਂ ਪੰਨਿਆਂ ਨੂੰ ਟਟੋਲਣ ਲਈ ਅੱਜ ਫਿਰ ਸਭ ਅਗਲੀ ਗੱਲਬਾਤ ਕਰਨਗੇ। ਫਿਰ ਸਾਹਿਬ ਜੀ। ਹਾਂਜੀ ਸਿੰਘ ਸਾਹਿਬ, ਪਹਿਲਾਂ ਤਾਂ ਜਿਸ ਸਮੇਂ ਦੀ ਆਪਾਂ ਗੱਲ ਕਰਦੇ ਹਾਂ ਇਹਦੇ ਬਾਰੇ ਗੱਲ ਬਹੁਤ ਘੱਟ ਕੀਤੀ ਗਈ ਹੈ। ਸਿੱਖ ਗੁਰੂ ਸਾਹਿਬਾਨ ਬਾਰੇ ਵੀ ਕਾਫੀ ਜਾਣਕਾਰੀ ਲੋਕਾਂ ਕੋਲ ਹੈਗੀ ਆ, ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਕਾਫੀ ਜਾਣਕਾਰੀ ਹੈਗੀ ਆ, ਬੰਦੇ ਬਹਾਦਰ ਬਾਰੇ ਵੀ ਜਾਣਕਾਰੀ ਹੈਗੀ। ਪਰ ਇਹ ਜਿਹੜਾ ਪੀਰੀਅਡ ਆ 1716 ਤੋਂ ਲੈ ਕੇ ਤਕਰੀਬਨ 1768-69 ਤੱਕ, ਜਦ ਤੱਕ ਮਿਸਰਾਂ ਦਾ ਪੂਰਾ ਰਾਜ ਹੋ ਜਾਂਦਾ, ਉਹਦੇ ਬਾਰੇ ਇਨਫੋਰਮੇਸ਼ਨ ਬਹੁਤ ਘੱਟ ਆ। ਉਹਦੀ ਆਪਾਂ ਗੱਲ ਕਰਾਂਗੇ। ਇੱਕ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਇਹ ਕਲੀਅਰ ਕਰ ਦੇਵਾਂ ਜੀ ਵੀ ਇਹ ਖਿਆਲ ਦੇ ਵਿੱਚ ਰੱਖ ਲੈਣੀ ਚਾਹੀਦੀ ਆ ਵੀ ਜਿਹੜੀ ਗੱਲ ਅਸੀਂ ਇਹ ਕਰਨੀ ਆ, ਇਹ ਸਿੱਖ ਮੁਸਲਮਾਨਾਂ ਦੀ ਲੜਾਈ ਨਹੀਂ ਸੀ ਹੈ, ਜਿਹਨੂੰ ਕਿ ਇਹ ਸਿੱਖਾਂ ਤੇ ਮੁਸਲਮਾਨਾਂ ਦੀ ਲੜਾਈ ਨਹੀਂ ਸੀ ਹੈ, ਇਹ ਰਾਜ ਸਥਾਪਿਤ ਕਰਨ ਦੀ ਲੜਾਈ ਸੀ, ਰਾਜ ਕਾਇਮ ਕਰਨ ਦੀ ਗੱਲ। ਹੁਣ ਕਿੱਦਾਂ? ਹੁਣ ਬੰਦੇ ਬਹਾਦਰ ਦਾ ਡਾਕਟਰ ਗੰਡਾ ਸੋਹਣੀ ਵੀ ਮੇਰਾ ਖਿਆਲ ਲਿਖਿਆ ਕਿ ਬੰਦਾ ਵਾਜ਼ ਦੀ ਫਸਟ ਅਮੰਗ ਦੀ ਸਿੱਖਸ ਹੂ ਥਾਟ ਆਫ ਐਸਟੈਬਲਿਸ਼ਿੰਗ ਏ ਪੋਲੀਟੀਕਲ ਰਾਜ। ਬੰਦਾ ਸਿੱਖਾਂ ਵਿੱਚ ਪਹਿਲਾ ਬੰਦਾ ਸੀ ਜਿਹਨੇ ਇਹ ਸੋਚਿਆ ਵੀ ਇੱਥੇ ਆਪਣਾ ਰਾਜ ਕਾਇਮ ਹੋ ਸਕਦਾ, ਠੀਕ ਹੈ ਨਾ। ਔਰ ਬੰਦੇ ਬਹਾਦਰ ਦੀਆਂ ਜਿੱਤਾਂ ਨੇ ਪੰਜਾਬੀ ਲੋਕਾਂ ਨੂੰ ਇਹ ਦੱਸ ਦਿੱਤਾ ਵੀ ਇਹ ਹੋ ਸਕਦਾ, ਪੋਸੀਬਿਲਿਟੀ ਹੈਗੀ ਆ। ਕਿਉਂਕਿ ਇੱਕ ਵਾਰ ਸਾਨੂੰ ਆਪਾਂ ਦੇਖਿਆ ਸੀ ਵੀ ਇੱਕ ਵਾਰ ਜਿਹੜਾ ਸੀਗਾ ਉਹ ਤਾਂ ਉਸ ਵੇਲੇ ਜਮਨਾ ਤੋਂ ਲੈ ਕੇ ਰਾਵੀ ਤੱਕ ਦਾ ਸਾਰਾ ਇਲਾਕਾ ਆਜ਼ਾਦ ਹੋ ਗਿਆ ਸੀਗਾ। ਸੋ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੋਸੀਬਲ ਹੈਗਾ, ਇਹ ਪੋਸੀਬਿਲਿਟੀ ਹੋ ਸਕਦੀ ਹੈ। ਸੋ ਫਿਰ ਇਹ ਪੰਜਾਬੀ ਲੋਕਾਂ ਨੇ ਸਾਂਝੇ ਤੌਰ ਤੇ ਇੱਕ ਲੜਾਈ ਲੜੀ ਆ ਜਿਹਦੇ ਵਿੱਚ ਲੈਡ ਬਾਈ ਦੀ ਸਿੱਖਸ, ਉਹਦੀ ਜਿਹੜੀ ਸਰਦਾਰੀ ਸੀ ਉਹ ਸਿੱਖ ਮਿਸਰਾਂ ਦੇ ਹੱਥ ਵਿੱਚ ਰਹੀ, ਪਰ ਉਹ ਮੂਵਮੈਂਟ ਜਿਹੜੀ ਸੀ ਉਹ ਪੰਜਾਬ ਦੇ ਸਾਰਿਆਂ ਲੋਕਾਂ ਨੇ ਲੜੀ। ਇਹ ਆਪਾਂ ਗੱਲ ਕਰਾਂਗੇ ਹੁਣ ਜਾ ਕੇ। ਹੁਣ 1716 ਤੇ ਆ ਗਿਆ। 1716 ਵਿੱਚ ਬੰਦਾ ਬਹਾਦਰ ਦੀ ਡੈਥ ਹੋ ਗਈ, ਸ਼ਹਾਦਤ ਹੋ ਗਈ। ਉਹ ਤੋਂ ਬਾਅਦ ਫਿਰ ਬਹੁਤ ਔਖਾ ਸਮਾਂ ਆਇਆ ਜੀ, ਬਹੁਤ ਸਿੱਖਾਂ ਤੇ ਜ਼ੁਲਮ ਹੋਇਆ, ਮਾਰੇ ਗਏ। ਜਦੋਂ ਸਿੱਖ ਜੰਗਲਾਂ ਚਲੇ ਗਏ, ਜਦ ਸਿੱਖ ਜੰਗਲਾਂ ਦੇ ਵਿੱਚ ਚਲੇ ਗਏ, ਗੁਰੀਲਾ ਯੁੱਧ ਲੜਨ, ਜੰਗਲਾਂ ਦੇ ਵਿੱਚ ਤਾਂ ਬਹੁਤ ਵਾਰ ਹੋ ਗਏ, ਜਦ ਪਹਿਲੀ ਵਾਰ ਚਲੇ ਗਏ ਉਹਦੇ ਵਿੱਚ। ਉਹ ਤੋਂ ਬਾਅਦ ਇਹ ਫਰਖਸ਼ਾਰ ਦੇ ਸਾਰੇ ਟਾਈਮ ਦੇ ਵਿੱਚ ਇਹ ਚੱਲਦਾ ਗਿਆ। ਜੋ ਦਿੱਲੀ ਦਾ ਬਾਦਸ਼ਾਹ ਉਹ ਸੀ, ਫਿਰ ਦਿੱਲੀ ਦੇ ਬਾਦਸ਼ਾਹ ਜਾਂ ਉਹ ਫਰਖਸ਼ਾਰ ਨੂੰ ਲਾਤਾ ਕਿਸੇ, ਉਹ ਬਹਾਦਰ ਸ਼ਾਹ ਬਣ ਗਿਆ। ਉਸ ਵੇਲੇ ਫਿਰ ਥੋੜਾ ਜਿਹਾ ਨਰਮ ਹੋ ਗਿਆ ਕੰਮ, ਉਸ ਵੇਲੇ ਨਰਮ ਹੋ ਗਿਆ। ਇਹ ਤਾਂ ਹੋ ਗਿਆ ਜਿਸ ਵੇਲੇ ਨਰਮ ਹੋ ਗਿਆ ਤਾਂ ਫਿਰ ਸਿੱਖਾਂ ਨੇ ਫਿਰ ਇਕੱਠੇ ਹੋਣ ਸੀ, ਅੰਮ੍ਰਿਤਸਰ ਆ ਗਿਆ, ਫਿਰ ਇਕੱਠੇ ਹੋ ਗਏ। ਹੁਣ ਇੱਕ ਉੱਥੇ ਹੋਰ ਪ੍ਰੋਬਲਮ ਪੈ ਗਈ ਸੀ। ਉਹ ਪ੍ਰੋਬਲਮ ਇਹ ਪੈ ਗਈ ਸੀ ਵੀ ਸਿੱਖ ਵੀ ਜਿਹੜੇ ਹੈਗੇ ਆ ਦੋ ਚ ਵੰਡੇ ਗਏ ਸੀ, ਦੋ ਬੰਦਈ ਸਿੱਖ ਤੇ ਤੱਤ ਖਾਲਸਾ ਵਾਲੇ ਸਿੱਖ। ਕੁਛ ਸਿੱਖ ਸੀਗੇ ਜਿਹੜੇ ਪੱਕੇ ਤੌਰ ਤੇ ਬੰਦੇ ਨੂੰ ਹੀ ਫੋਲੋ ਕਰਦੇ ਸੀ। ਉਹ ਕਹਿੰਦੇ ਸੀ ਵੀ ਨਹੀਂ ਜੀ, ਜੋ ਬੰਦੇ ਨੇ ਕੀਤਾ ਉਹੀ ਸਹੀ ਆ, ਉਹਨਾਂ ਨੂੰ ਬੰਦਈ ਸਿੱਖ ਕਹਿੰਦੇ ਸੀਗੇ। ਹੁਣ ਬੰਦੇ ਬਹਾਦਰ ਨੇ ਕੁਝ ਤਬਦੀਲੀਆਂ ਕਰ ਦਿੱਤੀਆਂ ਸੀ ਜਿਹਨੂੰ ਕਿ ਉਹ ਫੋਲੋ ਕਰਦੇ ਸੀ। ਜਿਵੇਂ ਹੁਣ ਜਿੱਦਾਂ ਵਾਹਿਗੁਰੂ ਜੀ ਕਾ ਖਾਲਸਾ ਸੀਗਾ,
ਉਹਨੂੰ ਫਤਿਹ ਦਰਸ਼ਨ ਕਰ ਦਿੱਤਾ ਪਏ ਨਹੀਂ ਵੀ ਵਾਰ ਕਰਾਈ ਸਾਡੀ ਜੰਗ ਦਾ ਜਿਹੜਾ ਨਾਰਾ ਉਹ ਫਤਿਹ ਦਰਸ਼ਨ ਹੈ ਜਾਂ ਫਤਿਹ ਧਰਮ ਦੋਹਾਂ 'ਚ ਉਹ ਬਦਲਿਆ। ਇੱਕ ਫਿਰ ਉਹਨੇ ਕਰ ਦਿੱਤਾ ਨੀਲੇ ਵਸਤਰਾਂ ਦੀ ਜਗ੍ਹਾ ਉਹਨੇ ਕਿਹਾ ਲਾਲ ਵਸਤਰ ਪਾਓ, ਅੱਛਾ, ਉਹ ਚੇਂਜ ਕਰ ਦਿੱਤੀ ਆ। ਕਈ ਇਹ ਕਹਿੰਦੇ ਆ ਵੀ ਉਹਨੇ ਆਪਣੇ ਆਪ ਨੂੰ ਗੁਰੂ ਵੀ ਡਿਕਲੇਅਰ ਕੀਤਾ, ਪਰ ਮੇਰੀ ਨੌਲੇਜ ਹੈ ਨਹੀਂ, ਮੇਰੇ ਨੌਲੇਜ ਇਹ ਹੈ ਨਹੀਂ। ਪਰ ਖੈਰ ਇਹ ਨਹੀਂ ਵੇ ਕੁਝ ਬੰਦੇ ਕੁਝ ਕਿਹਾ ਬਹੁਤ ਵੱਡੀ ਗਿਣਤੀ 'ਚ ਇਹ ਬੰਦੇ ਸੀਗੇ ਜਿਹੜੇ ਬੰਦੇ ਬਹਾਦਰ ਨੂੰ ਫੋਲੋ ਕਰਕੇ ਕਰਦੇ ਸੀਗੇ। ਸਿੱਖੀਜ਼ਮ ਦਾ ਫਾੜ ਹੋ ਗਿਆ ਜੀ। ਅੰਮ੍ਰਿਤਸਰ ਫੇਰ ਇਕੱਠੇ ਹੋਏ ਤੇ ਫੇਰ ਭਾਈ ਮਨੀ ਸਿੰਘ ਦੀ ਡਿਊਟੀ ਲੱਗੀ ਪਈ ਜਾ ਕੇ ਇਹਨਾਂ ਨੂੰ ਇਕੱਠੇ ਕਰੋ, ਤੁਸੀਂ ਗੁਰਮਤਾ ਕਰੋ, ਹਾਂ ਇਕੱਠੇ ਕਰੋ, ਗੁਰਮਤਾ ਕਰਕੇ ਇਹਨਾਂ ਨੂੰ ਇਕੱਠੇ ਕਰੋ ਜਿੱਦਾਂ ਵੀ ਹੈਗੇ। ਉਨੀ ਫਿਰ ਜਾ ਕੇ ਉਹਨਾਂ ਨੂੰ ਜਾ ਕੇ ਜੀ ਉੱਥੇ ਇਕੱਠੇ ਕੀਤੇ। ਇਕੱਠੇ ਕਰਕੇ ਉਹਨੇ ਇਹ ਕਿਹਾ ਵੀ ਸਾਰੇ ਵੀ ਤੁਸੀਂ ਇੱਕ ਹੋਵੋ ਜਾ ਕੇ, ਔਖਾ ਸਮਾਂ ਆਇਆ, ਔਖੇ ਸਮੇਂ ਦੇ ਵਿੱਚ ਇਦਾਂ ਨਹੀਂ ਹੋਣੀ ਜਾ ਕੇ ਅੱਧੇ ਉੱਧਰ ਤਾਂ ਅੱਧੇ ਉੱਧਰ ਜਾ ਕੇ। ਅੱਛਾ, ਦੋਨੋਂ ਪਾਸੇ ਮੰਨਣ ਨੂੰ ਤਿਆਰ ਨਹੀਂ ਸੀ ਹੈ ਜਾ ਕੇ। ਉਹਨਾਂ ਦੀ ਵੀ ਗਿਣਤੀ ਕਾਫੀ ਸੀਗੀ ਜਾ ਕੇ, ਬੰਦੇ ਹੀ ਕਾਫੀ ਗਿਣਤੀ ਸੀ। ਫਿਰ ਇਹ ਫੈਸਲਾ ਹੋਇਆ ਵੀ ਚਲੋ ਐਂ ਕਰਦੇ ਆ ਜੀ ਵੀ ਇੱਥੇ ਪਰਚੀ ਪਾ ਦਿੰਦੇ ਆ, ਹਰ ਪੌੜੀ ਦੇ ਸਾਹਮਣੇ ਪਰਚੀ ਪਾ ਦਿੰਦੇ, ਇੱਕ ਪਰਚੀ ਤੇ ਲਿਖ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ, ਇੱਕ ਪਰਚੀ ਤੇ ਲਿਖ ਦਿੰਦੇ ਆ ਜਾ ਕੇ ਫਤਿਹ ਦਰਸ਼ਨ। ਜਿਹਦੀ ਪਰਚੀ ਪਹਿਲਾਂ ਨਿਕਲ ਆਊਗੀ ਉੱਪਰੋਂ ਉਹ ਫਿਰ ਦੂਜੇ ਉਹਦੇ ਚ ਰਲ ਜਾਊਗੀ। ਦੋਨੋਂ ਪਾਸੇ ਐਗਰੀ ਕਰ ਗਏ। ਹੁਣ ਇਹ ਦੋਨੋਂ ਪਾਸਿਆਂ ਦਾ ਐਗਰੀ ਕਰਨਾ ਇਹ ਸ਼ੋਅ ਕਰਦਾ ਵੀ ਬੰਦਈਆਂ ਦੀ ਗਿਣਤੀ ਕਾਫੀ ਹੋਣੀ ਹੈ ਉਸ ਵੇਲੇ, ਕਿਉਂਕਿ ਨਹੀਂ ਤੱਤ ਖਾਲਸੇ ਵਾਲੇ ਨੇ ਲੋਟਰੀ ਦਾ ਜਿਹੜਾ ਅਨਸਰਟਨ ਲੋਟ ਹੈ ਉਹਦੇ ਲਈ ਮੰਨਣਾ ਨਹੀਂ ਸੀ ਉਹਨੀ, ਕਿਉਂਕਿ ਲੋਟਰੀ ਤਾਂ ਕਿਸੇ ਦੀ ਵੀ ਨਿਕਲ ਸਕਦੀ ਸੀ। ਠੀਕ ਹੈ, ਜਿਹੜਾ ਉਹ ਮੰਨ ਗਏ ਇਹਦਾ ਮਤਲਬ ਬੰਦਈਆਂ ਦੀ ਗਿਣਤੀ ਕਾਫੀ ਸੀ ਉਸ ਵੇਲੇ। ਉਹ ਜੇ ਪਰਚੀ ਪਾਈ, ਪਰਚੀ ਨਿਕਲ ਆਈ ਤੱਤ ਖਾਲਸੇ ਦੀ, ਵਾਹਿਗੁਰੂ ਜੀ ਕੇ ਖਾਲਸੇ ਦੀ, ਉਹ ਫਿਰ ਉਹਨੇ ਕਿਹਾ ਉਹਨਾਂ ਨੂੰ ਵੀ ਤੁਸੀਂ ਰਲੋ ਹੁਣ ਵਿੱਚ। ਕਾਫੀ ਗਿਣਤੀ ਰਲ ਗਿਆ ਕਿਉਂਕਿ ਉਹਨਾਂ ਦਾ ਸਿੱਖੀ 'ਚ ਪੂਰਾ ਵਿਸ਼ਵਾਸ ਸੀ। ਜਿਹੜੇ ਬੰਦਈ ਸਿੱਖ ਸੀ, ਸਿੱਖੀ 'ਚ ਪੂਰਾ ਵਿਸ਼ਵਾਸ ਸੀ ਉਹਨਾਂ ਦਾ। ਉਹ ਮੰਨ ਗਏ ਪਏ ਜਾ ਕੇ ਕਿਉਂਕਿ ਵੀ ਇਹ ਹਰਿਮੰਦਰ ਸਾਹਿਬ ਦੇ ਵਿੱਚ ਪਰਚੀ ਪਈ ਇਹ ਠੀਕ ਹੈ। ਕੁਝ ਬੰਦੇ ਕਹਿੰਦੇ ਨਹੀਂ ਜੀ ਅਸੀਂ ਨਹੀਂ ਮੰਨਦੇ, ਅੱਛਾ ਅਸੀਂ ਨਹੀਂ ਮੰਨਦੇ, ਸਾਰੇ ਨਹੀਂ ਮੰਨਦੇ। ਉਹ ਨਹੀਂ ਮੰਨਦੇ ਤਾਂ ਫੇਰ ਝਗੜਾ ਪੈ ਗਿਆ। ਫੇਰ ਸ਼ੁਰੂ ਇਹ ਹੋਇਆ ਵੀ ਤੁਸੀਂ ਇਦਾਂ ਕਰ ਲਓ ਵੀ ਇਹਨਾਂ ਦੀ ਘੋਲ ਕਰਾ ਲਓ, ਤੁਸੀਂ ਆਪਣਾ ਭਲਵਾਨ ਕੱਢੋ, ਤੁਸੀਂ ਆਪਣਾ ਭਲਵਾਨ ਕੱਢੋ। ਫਿਰ ਜਿਹੜਾ ਭਲਵਾਨ ਢਾਹ ਜਾਵੇ ਫਿਰ ਤੱਤ ਖਾਲਸੇ ਵਾਲੇ ਮੰਨ ਗਏ ਇਸ ਗੱਲ ਦੀ। ਫਿਰ ਤੱਤ ਖਾਲਸੇ ਵਾਲਿਆਂ ਨੇ ਕੱਢਿਆ ਜੀ ਮੀਰੀ ਸਿੰਘ ਨੂੰ, ਤੇ ਉਹਨੇ ਕੱਢਿਆ ਸੰਗਤ ਸਿੰਘ ਨੂੰ। ਉਹ ਸੰਗਤ ਸਿੰਘ ਸ਼ਾਇਦ ਲਾਹੌਰਾ ਸਿੰਘ ਦਾ ਮੁੰਡਾ ਸੀ, ਮੀਰੀ ਸਿੰਘ ਦੇ ਬਾਪ ਦਾ ਹੁਣ ਕਾਹਨ ਸਿੰਘ ਦਾ ਸ਼ਾਇਦ ਸੀ। ਅਕਾਲ ਤਖਤ ਦੇ ਸਾਹਮਣੇ ਜਿਹੜਾ ਖਾੜਾ ਪੱਟਿਆ ਗਿਆ। ਹੁਣ ਅਕਾਲ ਤਖਤ ਦੇ ਸਾਹਮਣੇ ਪਹਿਲਾਂ ਵੀ ਖਾੜਾ ਸੀ, ਗੁਰੂ ਹਰਗੋਬਿੰਦ ਦੇ ਟਾਈਮ ਤੋਂ ਤੁਰਿਆ ਆਉਂਦਾ ਸੀ ਉੱਥੇ ਜਾ ਕੇ, ਕਿਉਂਕਿ ਉਹ ਆਪ ਭਲਵਾਨ ਸੀਗੇ, ਕਰਦੇ ਹੁੰਦੇ ਸੀ, ਉਹ ਪੈਂਦੇ ਖਾਨਾ ਕੁਸ਼ਤੀ ਕਰਦੇ ਰਹਿੰਦੇ ਹੁੰਦੇ ਸੀ। ਐਨੀਵੇ ਉੱਥੇ ਹੋਇਆ ਜੀ, ਉਹਦੇ ਵਿੱਚ ਫੇਰ ਮੀਰੀ ਸਿੰਘ ਨੇ ਢਾਹ ਲਿਆ ਉਹਨੂੰ, ਤੱਤ ਖਾਲਸੇ ਦੇ ਭਲਵਾਨ ਨੇ ਢਾਹ ਲਿਆ ਬੰਦਈਆਂ ਦਾ ਭਲਵਾਨ। ਤਾਂ ਫਿਰ ਜਿਹੜੇ ਫਿਰ ਬਾਕੀ ਦੇ ਹੋਰ ਵੀ ਰਲ ਗਏ। ਫਿਰ ਕੁਝ ਬੰਦੇ ਰਹਿ ਗਏ ਜਿਹੜੇ ਫੇਰ ਵੀ ਨਾ ਮੰਨਣ, ਫੇਰ ਉਹ ਨਹੀਂ ਜਾ ਕੇ ਡਰਿਵਨ ਆਊਟ ਵਿਦ ਦੀ ਸੋਰਡ, ਫਿਰ ਕਿਰਪਾਨਾ ਮਾਰ ਕੇ ਵੱਟ ਕੇ ਬਾਹਰ ਕੱਢ ਦਿੱਤੇ ਉਹ, ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਬਾਈ ਦਾ ਟਾਈਮ। ਫਿਰ ਯੂਨਿਟੀ ਹੋ ਗਈ ਜੀ। ਫਿਰ ਜਿਹੜਾ ਇਹ ਡਿਫਰੈਂਸ ਸੀਗੇ ਖਤਮ, ਬੰਦਈ ਸਿੱਖ ਖਤਮ ਹੋ ਗਿਆ ਜੀ। ਬੰਦਈ ਸਿੱਖ ਖਤਮ ਹੋਣਾ, ਤੱਤ ਖਾਲਸਾ ਫਿਰ ਇੰਟਰਨਲੀ ਆਰਗੇਨਾਈਜੇਸ਼ਨਲੀ ਕਾਇਮ ਹੋ ਗਿਆ ਜੀ। ਫਿਰ ਉਹਨੇ ਜਾ ਕੇ ਜੀ ਫਿਰ ਪੰਜਾਬ ਦੇ ਵਿੱਚ ਆਪਣੀ ਆਰਗੇਨਾਈਜੇਸ਼ਨ ਤਕੜੀ ਕਰਨੀ ਸ਼ੁਰੂ ਕਰਤੀ, ਹੋਰ ਕੀਤੀ ਜਾ ਕੇ। ਇਹ ਫਿਰ ਜਦ ਬਹੁਤ ਇਹਨਾਂ ਦੀ ਪਾਵਰ ਵੱਧ ਗਈ ਜੀ, ਤਾਂ ਫਿਰ ਦਿੱਲੀ ਸਰਕਾਰ ਨੇ ਕਿਹਾ ਵੀ ਜਿਹੜਾ ਅਬਦੁਲ ਸਮਦ ਖਾਂ ਆ ਇਹ ਬੁੱਢਾ ਹੋ ਗਿਆ, ਇਹ ਤੋਂ ਨਹੀਂ ਚੱਲਦਾ, ਇਹਦੀ ਜਗ੍ਹਾ ਤੇ ਇਹਦਾ ਯੰਗ ਮੁੰਡਾ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਪੰਜਾਬ ਦਾ ਗਵਰਨਰ ਬਣਾਓ ਤੁਸੀਂ। ਅੱਛਾ, ਹੁਣ ਖਾਨ ਬਹਾਦਰ ਜ਼ਕਰੀਆ ਖਾਨ ਬੜਾ ਯੋਧਾ ਸੀ, ਤੇ ਇਹ ਬੰਦੇ ਬਹਾਦਰ ਨੂੰ ਗ੍ਰਿਫਤਾਰ ਕਰਕੇ ਉੱਥੇ ਦਿੱਲੀ ਲਿਜਾਣ ਵਾਲਾ ਇਹੀ ਸੀ। ਫਿਰ ਜ਼ਕਰੀਆ ਖਾਨ ਨੂੰ ਪੰਜਾਬ ਦਾ ਗਵਰਨਰ ਬਣਾਤਾ ਜੀ। ਫਿਰ ਜ਼ਕਰੀਆ ਖਾਨ ਨੇ ਫਿਰ ਬਹੁਤ ਜ਼ੁਲਮ ਕੀਤਾ ਜਾ ਕੇ। ਹੁਣ ਉਸ ਵੇਲੇ ਕੀ ਹੋਇਆ ਥਿੰਨ ਸਾਹਿਬ, ਉਸ ਵੇਲੇ ਤੇ ਜਿਹੜੇ ਬੰਦੇ ਵੀ ਜ਼ੁਲਮ ਦੇ ਖਿਲਾਫ ਲੜਨ ਨੂੰ ਤਿਆਰ ਸੀਗੇ, ਉਹ ਜਿਹੜੇ ਹੈਗੇ ਸਿੱਖ ਮਿਸਲਾਂ ਦੇ ਹੇਠਾਂ ਆਉਂਦੇ ਗਏ, ਵਿੱਚੇ ਮੁਸਲਮਾਨ ਵਿੱਚੇ ਹਿੰਦੂ, ਉਹ ਸਾਰੇ ਆਉਂਦੇ ਗਏ ਜਾ ਕੇ। ਇੱਕ ਮੈਂ ਪਹਿਲਾਂ ਇਹ ਕਲੀਅਰ ਕਰ ਦੇਵਾਂ ਵੀ ਜਿਹੜੇ ਮੁਸਲਮਾਨਾਂ ਦੇ ਮੁੰਡੇ ਸੀਗੇ ਬਾਗੀ ਹੁੰਦੇ ਸੀ, ਉਹਨਾਂ ਨੂੰ ਵੀ ਉਹੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀਗੀਆਂ ਜਿਹੜੀਆਂ ਸਿੱਖ ਬਾਗੀਆਂ ਨੂੰ ਦਿੱਤੇ ਜਾਂਦੇ ਸੀ। ਉਹ ਇਹ ਫਰਕ ਨਹੀਂ ਸੀ ਹੈ ਜਾ ਕੇ। ਸੋ ਜ਼ਕਰੀਆ ਖਾਨ ਮੁਸਲਮਾਨਾਂ ਨੂੰ ਵੀ ਤੰਗ ਕਰਦਾ, ਮੁਸਲਮਾਨਾਂ ਨੂੰ ਵੀ ਤੰਗ ਕਰਦਾ। ਉਹ ਮੁਸਲਮਾਨ ਜਿਹੜੇ ਮੁੰਡੇ ਉਹਨਾਂ ਦੇ ਨਾਲ ਰਲਦੇ ਸੀਗੇ, ਉਹਨਾਂ ਦੇ ਨਾਲ ਇਹੀ ਹਾਲ ਹੁੰਦਾ ਸੀ। ਫਿਰ ਜ਼ਕਰੀਆ ਖਾਨ ਆਇਆ ਜੀ, ਬਹੁਤ ਜ਼ਕਰੀਆ ਖਾਨ ਨੇ ਬਹੁਤ ਜ਼ੁਲਮ ਕੀਤੇ, ਪਰ ਮੂਵਮੈਂਟ ਨੂੰ ਦਬਾ ਨਾ ਸਕਿਆ। ਮੂਵਮੈਂਟ ਹੋਰ ਵੱਧਦੀ ਗਈ ਜੀ, ਕਿਉਂਕਿ ਮੂਵਮੈਂਟ ਨੇ ਟੇਸਟ ਕੀਤਾ ਸੀ ਬੰਦੇ ਬਹਾਦਰ ਦੇ ਟਾਈਮ ਵਿੱਚ ਵੀ ਹੋ ਸਕਦਾ ਰਾਜ ਅਸੀਂ ਕਾਇਮ ਕਰ ਲੈਣਾ ਇੱਥੇ। ਉਹ ਜਿਸ ਵੇਲੇ ਆਏ ਜੀ, ਫਿਰ ਜ਼ਕਰੀਆ ਖਾਨ ਨੇ ਕੀਤਾ। ਅੱਛਾ, ਉਹ ਰੌਲਾ ਜ਼ਕਰੀਆ ਖਾਨ ਦਾ ਉਸ ਵੇਲੇ ਸਿੱਖ ਰੌਲਾ ਨਹੀਂ ਹੈ, ਇਹ ਨਹੀਂ ਸੀ ਵੀ ਸਿੱਖੀ ਵੱਧਦੀ ਜਾਂਦੀ ਹੈ, ਟੈਕਸ ਦਾ ਰੌਲਾ ਸੀ ਉਹਦਾ ਰੌਲਾ ਲਾਅ ਐਂਡ ਆਰਡਰ ਦਾ ਸੀ ਸਾਰਾ ਜੀ। ਉਹ ਇਹ ਸਭ ਸਿੱਖ ਲੁੱਟਦੇ ਸੀ ਜੀ, ਇਹ ਮਿਸਲਾਂ ਲੁੱਟਦੀਆਂ ਸੀ। ਲੁੱਟਦੀਆਂ ਕਿਹਨੂੰ ਸੀ? ਬੜਿਆਂ ਜ਼ਗੀਰਦਾਰਾਂ ਨੂੰ ਵੀ ਲੁੱਟਦੀਆਂ ਸੀ, ਸ਼ਾਹੀ ਖਜ਼ਾਨੇ ਲੁੱਟਦੀ ਸੀ, ਕਿਉਂਕਿ ਉਹਨੂੰ ਪੈਸਿਆਂ ਦੀ ਲੋੜ ਸੀ। ਸ਼ਾਹੀ ਖਜ਼ਾਨੇ ਜਿੱਦਾਂ ਹੁਣ ਗਦਰ ਪਾਰਟੀ ਵਾਲਿਆਂ ਨੇ ਵੀ ਲੁੱਟੇ ਸ਼ਾਹੀ ਖਜ਼ਾਨੇ, ਇਦਾਂ ਹੀ ਉਹ ਲੁੱਟਦੇ ਸੀ। ਉਹ ਜਾਂ ਲੁੱਟਦੇ ਸੀ, ਉਹਦੇ ਕੁਛ ਸ਼ਿਕਾਇਤਾਂ ਆਉਂਦੀਆਂ ਸੀ, ਉਹ ਫਿਰ ਫੌਜਾਂ ਭੇਜ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਸੀ। ਵਿੱਚੇ ਹੀ ਮੁਸਲਮਾਨਾਂ ਦੇ ਮੁੰਡੇ ਲੁੱਟਦੇ ਸੀਗੇ, ਵਿੱਚੇ ਹੀ ਆਪਣੇ ਬਾਕੀ ਲੁੱਟਦੇ ਸੀ, ਪਰ ਲੀਡਰਸ਼ਿਪ ਸਾਰੀ ਸਿੱਖਾਂ ਦੇ ਹੱਥ ਵਿੱਚ ਸੀਗੀ।
ਫਿਰ 1731 ਦੇ ਵਿੱਚ ਆ ਕੇ ਜ਼ਕਰੀਆ ਖਾਨ ਨੇ ਉਹਨਾਂ ਨੂੰ ਕਿਹਾ ਵੀ ਐਂ ਕਰੋ, ਸੁਲ੍ਹਾ ਕਰ ਲੈਂਦੇ ਆਪਸ ਵਿੱਚ, ਤੁਸੀਂ ਰੌਲਾ ਗੋਲਾ ਬੰਦ ਕਰ ਦਿਓ, ਅਸੀਂ ਤੁਹਾਨੂੰ ਇਦਾਂ ਕਰ ਦਿੰਦੇ ਆ, ਇੱਕ ਜਗੀਰ ਦੇ ਦਿੰਦੇ ਆ ਜਿਹਦੀ ਆਮਦਨ ਲੱਖ ਰੁਪਈਆ ਹੋਊਗੀ ਸਾਲ ਦੀ, ਤੁਸੀਂ ਬਹਿ ਜਾਓ ਆਪਣੀ ਜਗੀਰ ਲੈ ਲਓ ਉੱਥੇ ਜਿਹਨੂੰ ਦੇਣੀ ਆ, ਬਾਕੀ ਖੇਤੀਬਾੜੀ ਕਰੋ ਤਾਂ ਰੌਲਾ ਨਾ ਪਾਓ, ਨਾਲੇ ਤੁਹਾਡੇ ਇੱਕ ਬੰਦੇ ਨੂੰ ਨਵਾਬ ਦਾ ਟਾਈਟਲ ਦੇ ਦਿੰਦੇ ਆ, ਅੱਛਾ ਵੀ ਉਹਨੂੰ ਨਵਾਬ ਤੁਸੀਂ ਆ ਝਗੜਾ ਬੰਦ ਕਰ ਦਿਓ। ਉਹ ਕਹਿੰਦੇ ਠੀਕ ਹੈ ਜੀ, ਇਹ ਫੈਸਲਾ ਹੋ ਗਿਆ ਜੀ। ਨਵਾਬ ਦਾ ਟਾਈਟਲ ਕਪੂਰਥ ਨੂੰ ਦੇ ਦਿੱਤਾ ਗਿਆ ਜੀ, ਉਹ ਲੀਡਰ ਸੀ ਉਸ ਵੇਲੇ ਜਾ ਕੇ, ਤਾਂ ਇੱਕ 4 ਪਰਗਣਿਆਂ ਦੀ ਜ਼ਮੀਨ ਜਿਹੜੀ ਹੈ, 4 ਪਿੰਡਾਂ ਦੀ ਜ਼ਮੀਨ ਜਿਹੜੀ ਸੀ ਉਹਨਾਂ ਨੂੰ ਦਿੱਤੀ ਗਈ, ਜਿਹਦੀ ਲੱਖ ਸੀਗਾ, ਵੀ ਹੁਣ ਤੁਸੀਂ ਆਰਾਮ ਨਾਲ ਬੈਠੋ ਜੀ। ਅੱਛਾ, ਉਹ ਜਿਸ ਵੇਲੇ ਇਹ ਉਹਨਾਂ ਨੂੰ ਹੋ ਗਿਆ ਜਾ ਕੇ, ਉਹ ਨਵਾਬ ਦਾ ਟਾਈਟਲ ਵੀ ਮਿਲ ਗਿਆ, ਉਹ ਹੋ ਗਿਆ, ਉਹ ਸਿੱਖਾਂ ਨੇ ਉਸ ਵੇਲੇ ਸਮਝਿਆ ਵੀ ਇਹ ਹੁਣ ਟਾਈਮ ਹੈਗਾ ਆਰਗੇਨਾਈਜੇਸ਼ਨ ਨੂੰ ਤਕੜੇ ਕਰਨ ਦਾ। ਉਹ ਹੋਰ ਤਕੜਾ ਕਰਨ ਲੱਗ ਪਿਆ ਜੀ ਆ ਕੇ। ਉਹਨੇ ਆਪਣੇ ਕੀ ਆ ਦਲ ਖਾਲਸਾ ਬਣਾਤਾ ਜੀ। ਦਲ ਖਾਲਸਾ ਇਸੇ ਟਾਈਮ 'ਚ ਬਣਿਆ, ਦਲ ਖਾਲਸਾ ਬਣਾਤਾ, ਉਹਦੇ 2 ਵਿੰਗ ਬਣਾ ਲਏ, ਇੱਕ ਬੁੱਢਾ ਦਲ, ਇੱਕ ਤੁਰਨਾ ਦਲ ਬਣਾ ਲਿਆ। ਦਲ ਖਾਲਸੇ ਦੇ ਨੇ ਇਹ ਦੋਨੇ? ਹਾਂ, ਦਲ ਖਾਲਸੇ ਦੇ 2 ਆ, ਬੁੱਢਾ ਦਲ ਤੇ ਤੁਰਨਾ ਦਲ। ਤੁਰਨਾ ਦਲ ਜਿਹੜਾ ਸੀ ਉਹ ਨੌਜਵਾਨਾਂ ਦਾ ਹੁੰਦਾ ਸੀ, ਉਹਦਾ ਕੰਮ ਹੁੰਦਾ ਸੀ ਲੜਾਈ ਲਈ ਤਿਆਰ ਕਰਨਾ, ਆਪਣੇ ਆਪ ਨੂੰ ਕਰਨੀ, ਲੜਾਈ ਕਰਨੀ ਸਿੱਖਣਾ, ਯੋਧੇ ਤਿਆਰ ਕਰਨੇ, ਭਰਤੀ ਕਰਨੀ ਪਿੰਡਾਂ ਵਿੱਚੋਂ। ਬੁੱਢਾ ਦਲ ਦਾ ਹੁੰਦਾ ਸੀ ਗੁਰਦੁਆਰਿਆਂ ਦੀ ਦੇਖਭਾਲ ਕਰਨੀ, ਪ੍ਰਚਾਰ ਕਰਨਾ ਤੇ ਮੁੰਡਿਆਂ ਨੂੰ ਤਿਆਰ ਕਰਨਾ। ਉਹ ਕਰਦੇ ਕਰਦੇ ਉਹ ਆਰਗੇਨਾਈਜੇਸ਼ਨ ਫਿਰ ਤਕੜੀ ਹੋ ਗਈ ਜੀ। ਉਹ ਜਦ ਤਕੜੀ ਹੋ ਗਈ ਆ ਕੇ, ਤੇ ਉਹ ਜ਼ਕਰੀਆ ਖਾਨ ਨੇ ਇਹ ਤਾਂ ਕਿਹਾ ਵੀ ਇਹਦਾ ਕੋਈ ਫਾਇਦਾ ਨਾ ਹੋਇਆ, ਉਹਨੇ ਫਿਰ ਜਗੀਰ ਖੋਲੇ ਜੀ। ਹੁਣ ਕਹੇ ਤੁਹਾਡਾ ਟਾਈਟਲ ਟੂਟਲ ਵੀ ਕੋਈ ਨਹੀਂ ਹੈ ਤੁਹਾਡਾ, ਤਾਂ ਜਗੀਰ ਵੀ ਤੁਹਾਡੀ ਬਸ ਹੋ ਗਈ, ਤੇ ਇਹ ਨਹੀਂ ਹੋ ਗਿਆ। ਫਿਰ ਜ਼ਬਰ ਸ਼ੁਰੂ ਹੋ ਗਿਆ ਜੀ, ਫਿਰ ਉਹਨਾਂ ਤੇ ਜ਼ਬਰ ਹੁੰਦਾ ਗਿਆ ਜਾ ਕੇ ਜੀ। ਇਹ ਹੁੰਦਾ ਇਹ ਫਿਰ 1735-36 ਦੀ ਗੱਲ ਆ। ਫਿਰ ਅੱਗੇ ਆ ਜਾਂਦੇ ਆ ਜੀ। ਸਿੱਖ ਇਤਿਹਾਸ ਦੇ ਪੰਨਿਆਂ 'ਚੋਂ ਇਹ ਲੜੀਵਾਰ ਗੱਲਬਾਤ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚੱਲਦੀ ਰਹੇਗੀ। ਕੋਸ਼ਿਸ਼ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਹੋਵੇ, ਉਹ ਗੱਲਾਂ ਜਿਹੜੀਆਂ ਵਡਮੁੱਲੀਆਂ ਹਨ, ਜਿਨ੍ਹਾਂ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ। ਬਾਕੀ ਸਿਹਤ ਸੰਬੰਧੀ ਸੈਗਮੈਂਟ ਵੀ ਪੇਸ਼ ਕੀਤੇ ਜਾਣ ਅਤੇ ਮਨੋਰੰਜਨ ਦੇ ਵਾਸਤੇ ਵੀ ਕੋਈ ਨਾ ਕੋਈ ਸੈਗਮੈਂਟ ਪੇਸ਼ ਕੀਤੇ ਜਾਣ। ਸਿਹਤ ਸੰਬੰਧੀ ਗੱਲਬਾਤ ਕਾਫੀ ਸਾਡੇ ਰੈਡ FM ਸਟੇਸ਼ਨਸ ਦੇ ਉੱਤੇ ਹੁੰਦੀ ਰਹਿੰਦੀ ਹੈ। ਆਪਣੇ ਸਰੋਤਿਆਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਵਾਸਤੇ ਇੱਕ ਨਵਾਂ ਸੈਗਮੈਂਟ ਜੂਨ ਮਹੀਨੇ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਸਾਡੇ ਵੈਨਕੂਵਰ ਦੇ ਸਰੀ ਵਾਲੇ ਸਟੇਸ਼ਨ ਤੋਂ, ਕੈਲਗਰੀ ਵਾਲੇ ਸਟੇਸ਼ਨ ਤੋਂ ਅਤੇ ਬਰੈਂਪਟਨ ਦੇ ਵਿੱਚ ਸਥਿਤ ਰੈਡ FM ਦੇ ਸਟੇਸ਼ਨ ਦੇ ਉੱਤੇ ਸ਼ਾਮ ਦੇ 6:05 ਤੇ ਇੱਕ ਮੂਵ ਸੈਗਮੈਂਟ ਪੇਸ਼ ਕੀਤਾ ਜਾਇਆ ਕਰੇਗਾ, ਜਿਸ ਦੇ ਵਿੱਚ ਇੱਕ ਮਿਊਜ਼ਿਕ ਚੱਲਿਆ ਕਰੇਗਾ, ਜਿਸ ਦੇ ਵਿੱਚ ਅਸੀਂ ਸਾਰੇ ਹੀ ਸਰੋਤਿਆਂ ਨੂੰ ਤਾਕੀਦ ਕਰਾਂਗੇ ਕਿ ਫਿਜ਼ੀਕਲੀ ਮੂਵ ਹੋਵੋ, ਸਟਰੈਚ ਕਰੋ, ਐਕਸਰਸਾਈਜ਼ ਕਰੋ, ਕੁਛ ਵੀ ਕਰੋ, ਫੈਮਿਲੀ ਦੇ ਨਾਲ ਜਾਂ ਜਿੱਥੇ ਵੀ ਤੁਸੀਂ ਹੋ, ਕੰਮ ਤੇ ਹੋ, ਇਹ 5-7 ਮਿੰਟ ਜ਼ਰੂਰ ਕੱਢੋ ਤਾਂ ਕਿ ਅਸੀਂ ਆਪਣੀ ਸਿਹਤ ਦਾ ਵੀ ਖਿਆਲ ਰੱਖ ਸਕੀਏ ਔਰ ਇਸ ਦੇ ਨਾਲ ਨਾਲ ਮਨੋਰੰਜਨ ਵੀ ਹੋਵੇਗਾ ਤੇ ਤੁਸੀਂ ਆਪਣੀ ਸਿਹਤ ਦੇ ਵਾਸਤੇ ਵੀ ਸੋਚ ਸਕੋਗੇ। ਲਓ ਫਿਰ ਮਨੋਰੰਜਨ ਦੀ ਜੇ ਗੱਲ ਕਰਦੇ ਹਾਂ ਤਾਂ ਪਿਛਲੇ ਹਫ਼ਤੇ ਸਾਡਾ ਮਨੋਰੰਜਨ ਦਾ ਸੈਗਮੈਂਟ ਤੁਸੀਂ ਪਸੰਦ ਕੀਤਾ। ਆਓ ਇਸ ਲੜੀ ਨੂੰ ਅੱਗੇ ਤੋਰਦੇ ਹਾਂ। ਪਿਛਲੇ ਹਫ਼ਤੇ ਤੁਸੀਂ ਸਰਦਾਰ ਤਰਲੋਕ ਸਿੰਘ ਚੁੱਗ ਉਹਨਾਂ ਦੇ ਚੁਟਕਲੇ ਸੁਣੇ। ਅੱਜ ਫੇਰ ਤਰਲੋਕ ਸਿੰਘ ਚੁੱਗ ਜੀ ਨੂੰ ਅਸੀਂ ਆਪਣੇ ਨਾਲ ਸ਼ਾਮਲ ਕਰ ਰਹੇ ਹਾਂ। ਧੰਨਵਾਦ ਬਹੁਤ ਬਹੁਤ ਰਿਸ਼ੀ ਜੀ, ਮੈਨੂੰ ਤੁਸੀਂ ਬੜਾ ਮਾਣ ਦਿੰਦੇ ਹੋ, ਹਮੇਸ਼ਾ ਹੀ ਰੈਡ FM ਰੇਡੀਓ ਤੇ ਮੈਨੂੰ ਬੁਲਾਉਂਦੇ ਹੋ, ਬਲਕਿ ਤੁਸੀਂ ਹੀ ਮੈਨੂੰ ਇਹ ਪਲੇਟਫਾਰਮ ਦਿੱਤਾ ਸੀ ਜਿੱਥੋਂ ਮੇਰੀ ਰਿਕੋਗਨੀਸ਼ਨ ਹੋਈ ਹੈ। ਥੈਂਕ ਯੂ ਸੋ ਮਚ। ਇੱਕ ਜੀ ਪਤਨੀ ਆਈ ਡਾਕਟਰ ਕੋਲ ਤੇ ਆ ਕੇ ਕਹਿੰਦੀ ਪਤੀ ਨੂੰ, ਡਾਕਟਰ ਸਾਹਿਬ ਮੈਨੂੰ ਕਹਿੰਦੇ ਨੇ ਤੁਹਾਨੂੰ 1 ਮਹੀਨੇ ਵਾਸਤੇ ਨਾ ਸਵਿਟਜ਼ਰਲੈਂਡ ਜਾਂ ਆਸਟ੍ਰੇਲੀਆ ਚਲੇ ਜਾਣਾ ਚਾਹੀਦਾ। ਆਪਾਂ ਕਿੱਥੇ ਜਾਵਾਂਗੇ? ਤੇ ਪਤੀ ਕਹਿੰਦਾ ਆਪਾਂ ਕਿਸੇ ਹੋਰ ਡਾਕਟਰ ਕੋਲ ਜਾਵਾਂਗੇ। ਅੱਜ ਸਵੇਰੇ ਪਤਨੀ ਦਾ ਫੋਨ ਆਇਆ, ਬੜਾ ਰੋ ਰਹੀ ਸੀ, ਕਹਿੰਦੀ ਸੌਰੀ, ਮੈਂ ਤੁਹਾਡੇ ਨਾਲ ਕਦੇ ਨਹੀਂ ਲੜਾਂਗੀ, ਤੁਹਾਡੀ ਹਰ ਗੱਲ ਮੰਨਾਂਗੀ, ਤੁਹਾਡਾ ਪਿਆਰ ਕਰਾਂਗੀ, ਤੁਹਾਨੂੰ ਸਤਿਕਾਰ ਕਰਾਂਗੀ। ਲੋ ਜੀ ਮੇਰੀਆਂ ਅੱਖਾਂ 'ਚ ਪਾਣੀ ਭਰ ਆਇਆ। ਪਤਾ ਨਹੀਂ ਕਿਹਦੀ ਪਤਨੀ ਦਾ ਫੋਨ ਨੰਬਰ ਸੀ, ਪਰ ਚੰਗਾ ਬੜਾ ਲੱਗਿਆ। ਲੋ ਜੀ ਉੱਥੋਂ ਹੀ ਮੈਨੂੰ ਯਾਦ ਆਇਆ, ਇੱਕ ਆਦਮੀ ਬੜਾ ਉਦਾਸ ਬੈਠਾ ਸੀ। ਤੇ ਉਹਦਾ ਦੋਸਤ ਕਹਿੰਦਾ ਕਿਉਂ, ਕੀ ਹੋ ਗਿਆ? ਕਹਿੰਦਾ ਆ ਪੜ੍ਹ ਲੈ। ਉਹਨੇ ਚਿੱਠੀ ਪੜ੍ਹਾ ਦਿੱਤੀ ਉਹਨੂੰ। ਉਹਦੇ ਦੋਸਤ ਨੇ ਚਿੱਠੀ ਪੜ੍ਹੀ, ਉਹਦੇ 'ਚ ਲਿਖਿਆ ਸੀ, ਮੇਰੀ ਪਤਨੀ ਦਾ ਪਿੱਛਾ ਕਰਨਾ ਬੰਦ ਕਰ ਦੇ, ਨਹੀਂ ਤਾਂ ਤੈਨੂੰ ਗੋਲੀ ਮਾਰ ਦਿਆਂਗਾ। ਉਹ ਕਹਿੰਦਾ ਬੜਾ ਸਿੱਧਾ ਜੀ ਗੱਲ ਹੈ, ਉਹਦੀ ਪਤਨੀ ਦਾ ਪਿੱਛਾ ਕਰਨਾ ਬੰਦ ਕਰ ਦੇ।
ਕਹਿੰਦਾ ਕਿਹਦੀ ਪਤਨੀ ਦਾ, ਥੱਲੇ ਨਾਂ ਤਾਂ ਲਿਖਿਆ ਨਹੀਂ। ਕਈ ਹੋਰ ਪਤਨੀਆਂ ਦਾ ਵੀ ਪਿੱਛਾ ਹੁੰਦਾ ਹੋਵੇਗਾ। ਇੱਕ ਬੰਦਾ ਗਿਆ ਜੀ ਮੋਬਾਈਲ ਕੰਪਨੀ ਵਾਲਿਆਂ ਕੋਲ, ਉਹ ਕਹਿੰਦਾ ਜੀ ਮੇਰੇ ਮੋਬਾਈਲ ਫੋਨ ਵਿੱਚ ਨਾ ਅਨਲਿਮਿਟਿਡ ਡਾਟਾ ਪਾ ਦਿਓ ਜੀ। ਉਹਨਾਂ ਕਿਹਾ ਜੀ 999 ਲੱਗਣਗੇ, ਦੇ ਦਿਓ। ਉਹਨੇ ਅਨਲਿਮਿਟਿਡ ਡਾਟਾ ਪਵਾ ਲਿਆ ਤੇ ਘਰ ਚਲਾ ਗਿਆ। ਲੋ ਜੀ ਘਰੋਂ ਜਾ ਕੇ ਉਹਨੇ ਫੋਨ ਕੀਤਾ ਮੋਬਾਈਲ ਕੰਪਨੀ ਵਾਲਿਆਂ ਨੂੰ। ਉਹ ਕਹਿੰਦੇ ਜੀ ਹੋਇਆ ਇਸ ਤਰ੍ਹਾਂ ਹੈ ਕਿ ਮੈਂ ਗੁਤਾਵਾ ਕਰ ਰਿਹਾ ਸੀ ਤੇ ਮੇਰਾ ਸਿਮ ਜਿਹੜਾ ਨਾ ਉਹ ਗੁਤਾਵੇ 'ਚ ਡਿੱਗ ਗਿਆ ਤੇ ਮੱਝ ਨੇ ਉਹ ਸਿਮ ਖਾ ਲਿਆ। ਮੈਂ ਕੋਸ਼ਿਸ਼ ਕੀਤੀ, ਉਹ ਸਿਮ ਨਹੀਂ ਨਿਕਲਿਆ। ਤੇ ਉਹ ਕਹਿਣ ਲੱਗੇ ਅੱਛਾ ਉਹਦੇ ਨਾਲ ਕੀ ਹੋ ਰਿਹਾ ਫਿਰ? ਕਹਿੰਦਾ ਹੋਣਾ ਕੀ ਹੈ ਜੀ, ਮੱਝ ਅਨਲਿਮਿਟਿਡ ਗੋਹਾ ਦੇਈ ਜਾ ਰਹੀ ਹੈ ਤੇ ਅਨਲਿਮਿਟਿਡ ਹੀ ਦੁੱਧ ਦੇਈ ਜਾ ਰਹੀ ਹੈ। ਦੁੱਧ ਦਾ ਤਾਂ ਠੀਕ ਹੈ, ਆਣ ਦਿਓ, ਅਸੀਂ ਡੈਰੀ ਫਾਰਮ ਖੋਲ ਲਾਂਗੇ, ਪਰ ਇਹ ਜਿਹੜਾ ਅਨਲਿਮਿਟਿਡ ਗੋਹਾ ਵਾਲਾ ਨਾ, ਇਹ ਸਰਵਿਸ ਬੰਦ ਕਰਾ ਦਿਓ। ਤਰਲੋਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਤੁਸੀਂ ਹਸਾਇਆ, ਔਰ ਇਹ ਹਾਸੇ ਬੜੇ ਕੀਮਤੀ ਨੇ। ਤੁਸੀਂ ਇਹ ਕੀਮਤੀ ਸੌਗਾਤ ਵੰਡ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਹੱਸਦੇ ਰਹੋ, ਹਸਾਉਂਦੇ ਰਹੋ। ਜ਼ਿੰਦਗੀ ਜ਼ਿੰਦਾਬਾਦ। ਮਿੱਤਰਾਂ ਦੇ ਖੰਗ ਵਿੱਚ ਖੰਗ ਬੱਲੀਏ, ਅੱਜ ਕੱਲ ਲੜੀ ਤੇਰੀ ਮੇਰੀ ਅੱਖ ਹਾਰੀਆਂ। ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਮਨੋਰੰਜਨ ਦੇ ਇਸ ਹਿੱਸੇ ਦੇ ਵਿੱਚ ਹੁਣੇ ਤੁਸੀਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਉਹਨਾਂ ਦੇ ਸਦਾ ਬਹਾਰ ਸੁਪਰ ਡੂਪਰ ਹਿੱਟ ਦੁਗਾਣਿਆਂ ਦੇ ਵਿੱਚੋਂ ਇੱਕ ਦੁਗਾਣਾ ਵੇਖ ਸੁਣ ਰਹੇ ਸੀ। ਪਰ ਜਿਹੜੇ ਸਾਡੇ ਦਰਸ਼ਕ YouTube ਤੇ ਪ੍ਰੋਗਰਾਮ ਵੇਖ ਰਹੇ ਹਨ ਉਹ ਇਸ ਗੀਤ ਨੂੰ ਮਿਸ ਕਰ ਗਏ, ਪਰ ਜਿਹੜੇ ਟੈਲੀਵਿਜ਼ਨ ਦੇ ਉੱਤੇ ਪ੍ਰੋਗਰਾਮ ਵੇਖ ਰਹੇ ਹਨ ਜਾਂ ਫਿਰ musicwaves.ca ਤੇ ਵੀ ਪ੍ਰੋਗਰਾਮ ਜਿਹੜਾ ਹੈ ਪੂਰਾ ਹੈ, ਉਸ ਦੇ ਵਿੱਚ ਇਹ ਗਾਣਾ ਤੁਸੀਂ ਵੇਖ ਸੁਣ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵਾਰੀ ਫਿਰ ਉਹਨਾਂ ਮਹਾਨ ਸੇਵਾਦਾਰਾਂ ਨੂੰ, ਵਲੰਟੀਅਰਸ ਨੂੰ ਸਲੂਟ ਕਰਦੇ ਹਾਂ ਜਿਹੜੇ ਕੌਮ ਦਾ ਮਾਣ ਵਧਾ ਰਹੇ ਹਨ, ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਮਹਾਮਾਰੀ ਦੇ ਦੌਰ ਦੇ ਵਿੱਚ ਜਿਹੜਾ ਕਿ ਬਹੁਤ ਹੀ ਖਤਰਨਾਕ ਤੇ ਰਿਸਕੀ ਸਮਾਂ ਹੈ, ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀਆਂ, ਕਮਿਊਨਿਟੀ ਦੀਆਂ ਜਾਨਾਂ ਬਚਾਉਣ ਦੇ ਵਿੱਚ ਰੁੱਝੇ ਹੋਏ ਹਨ, ਭਾਵੇਂ ਉਹ ਕਿਸੇ ਵੀ ਨਸਲ ਦੇ ਹਨ, ਕਿਸੇ ਵੀ ਧਰਮ ਦੇ ਹਨ। ਪਰ ਇਹ ਕੌਮ ਜਿਹੜੀ ਹੈ, ਇਹ ਭ੍ਰਿਸ਼ਟ ਜਿਹੜੇ ਸਾਡੇ ਲੀਡਰ ਹਨ, ਸਿਆਸੀ ਲੋਕ ਹਨ, ਉਹਨਾਂ ਦੀਆਂ ਅੱਖਾਂ ਦੇ ਵਿੱਚ ਹਮੇਸ਼ਾ ਹੀ ਰਟਕਦੀ ਰਹੀ ਹੈ। ਪਰ ਉਹਨਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਹ ਲੋੜਵੰਦਾਂ ਦੇ ਵਾਸਤੇ, ਮਜ਼ਲੂਮਾਂ ਦੇ ਵਾਸਤੇ ਮਸੀਹਾ ਬਣ ਕੇ ਮੈਦਾਨ ਦੇ ਵਿੱਚ ਨਿੱਤਰਦੇ ਰਹੇ ਹਨ। थैंक यू सरदार जी, मैनी मैनी थैंक्स। कोरोना वेव 2 जब पूरे देश का सिस्टम, सरकार, इंफ्रास्ट्रक्चर, लोगों की हिम्मत तक पूरी तरह टूट गई थी, ये आपदा इतने बड़े पैमाने पर आई कि भारत जैसे बड़े देश जिसकी आबादी 138 करोड़ है, सिस्टम ब्रेकडाउन होना कोई हैरानी की बात नहीं है। इस त्रासदी के समय एक कौम ऐसी है जिसने हमेशा हाथ बढ़ाकर ऐसी मुसीबतों का भार अपने कंधों पर लिया है। कोरोना के दूसरे चरण में जब सब कुछ खत्म होता नजर आ रहा था, लोग एक एक सांस के लिए, ऑक्सीजन के लिए तड़प रहे थे, और जो स्वस्थ थे वे घरों में डर से छुपकर बैठे हुए थे। ऐसे में हमेशा की तरह एक कौम सामने आती है जो खुद के बीमार होने की परवाह किए बिना पूरे तन मन धन से इस खतरनाक बीमारी से सीधा मुकाबला करती है। गुरुद्वारे, खाना, ऑक्सीजन, हॉस्पिटल्स जो भी बन पड़ सकता है मुहैया कराते हैं, यहां तक कि ऑक्सीजन कॉन्सेंट्रेटर भी बड़ी मात्रा में उपलब्ध कराया। सलाम है ऐसी कौम को जिसके ग्रंथों में साहस के अलावा ऐसी निष्ठा से इंसानियत की सेवा करने का संदेश दिया गया है। आई एम नॉट सेइंग दैट अदर पीपल डिड नॉट डू इट। मिक्स था दूसरों में, कुछ सामने आए, बहुतों ने अपने जानकारों की मदद की और कुछ दरिंदों ने इस समय ब्लैक मार्केटिंग भी की। पूरे देश को हमारे सिख भाइयों पर गर्व है और भाग्यवान है ये देश जिसमें एक ऐसी पूरी तरह निडर और निस्वार्थ कौम भी है। वंस अगेन बाजी, वेरी मैनी थैंक्स टू यू। सत श्री अकाल। ਜਿਹੜੇ ਲੋਕ ਜਾਗਰੂਕ ਲੋਕ ਹਨ, ਜਿਹੜੇ ਕਿ ਇਸ ਤਰ੍ਹਾਂ ਦੀ ਭ੍ਰਿਸ਼ਟ ਸਿਆਸਤ ਦੇ ਗੁਲਾਮ ਨਹੀਂ ਹਨ, ਆਪਣੀ ਸੋਚ ਦੇ ਮਾਲਕ ਹਨ, ਉਹ ਸਾਰਾ ਕੁਝ ਮਹਿਸੂਸ ਕਰਦੇ ਹਨ ਅਤੇ ਇਹਨਾਂ ਲੋਕਾਂ ਦਾ ਧੰਨਵਾਦ ਵੀ ਕਰਦੇ ਹਨ।
ਪਰ ਸਾਡੀ ਜਿਹੜੀ ਸਿਆਸਤ ਹੈ ਇਹ ਹਮੇਸ਼ਾ ਹੀ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਇਖਤਿਆਰ ਕਰਦੀ ਰਹੀ ਹੈ, ਲੋਕਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਜਿਹੜੀ ਪੈਦਾ ਕਰਦੀ ਹੈ। ਇਸ ਤਰ੍ਹਾਂ ਦੀਆਂ ਵੀਡੀਓਜ਼ ਵੇਖਣ ਤੋਂ ਬਾਅਦ ਮਨ ਨੂੰ ਤਸੱਲੀ ਵੀ ਹੁੰਦੀ ਹੈ ਕਿ ਇਹ ਗੰਦੀ ਜਿਹੜੀ ਸਿਆਸਤ ਹੈ, ਜਿਹੜੀ ਕਿ ਨਫ਼ਰਤ ਫੈਲਾਉਣ ਵਾਲੀ ਸਿਆਸਤ ਹੈ, ਉਸ ਤੋਂ ਨਿਰਲੇਪ ਹਨ। ਇਸ ਦੇ ਵਿੱਚ ਬਹੁਤ ਸਾਰੇ ਕਲਾਕਾਰ ਵੀ ਸਾਹਮਣੇ ਆਏ ਹਨ। ਸੋਨੂ ਸੂਦ ਨੂੰ ਕੌਣ ਨਹੀਂ ਜਾਣਦਾ। ਸੋਨੂ ਸੂਦ ਉਹਨਾਂ ਦੀ ਬਹੁਤ ਕੁਰਬਾਨੀ ਹੈ, ਉਹਨਾਂ ਨੇ ਬਹੁਤ ਨਿਸ਼ਕਾਮ ਸੇਵਾ ਕੀਤੀ ਹੈ, ਦਿਨ ਰਾਤ ਇੱਕ ਕੀਤਾ ਹੈ। ਇਸੇ ਤਰ੍ਹਾਂ ਇੱਕ ਹੋਰ ਵੀਡੀਓ, ਬੇਸ਼ੱਕ ਵੀਡੀਓਜ਼ ਬਹੁਤ ਹਨ, ਉਹਨਾਂ ਦੇ ਵਿੱਚੋਂ ਇੱਕ ਹੋਰ ਵੀਡੀਓ ਤੁਹਾਡੇ ਵਾਸਤੇ ਚੁਣੀ ਹੈ। ਇਹ ਮਹਿੰਦਰ ਕਪੂਰ ਜਿਹੜੇ ਕਿ ਪੰਜਾਬ ਦੇ ਬਹੁਤ ਹੀ ਉੱਚ ਕੋਟੀ ਦੇ ਕਲਾਕਾਰ ਹੋਏ ਹਨ, ਬਾਲੀਵੁੱਡ ਦੇ ਵਿੱਚ ਨਾਂ ਬਣਾਇਆ, ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਗਾਇਆ। ਉਹਨਾਂ ਦੇ ਬੇਟੇ ਰੂਹਾਨ ਕਪੂਰ ਹੋਣਾ ਨੇ ਧੰਨਵਾਦ ਦੇ ਜੋ ਸ਼ਬਦ ਬੋਲੇ ਹਨ, ਇਹ ਦਿਲਾਂ ਨੂੰ ਟੁੰਬਣ ਵਾਲੇ ਹਨ। ਉਹਨਾਂ ਦੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਜਿਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਬਲਜਿੰਦਰ ਸਿੰਘ ਅਟਵਾਲ ਨੂੰ ਅਗਲੇ ਹਫ਼ਤੇ ਤੱਕ ਇੱਥੇ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਮੇਰੇ ਪਿਆਰੇ ਪਿਆਰੇ ਸਿੱਖ ਭੈਣ ਭਰਾ, ਬੱਚੇ ਬਜ਼ੁਰਗ ਸਾਰਿਆਂ ਨੂੰ ਰੋਹਨ ਮਹਿੰਦਰ ਕਪੂਰ ਦਾ ਪਿਆਰ ਭਰਾ ਸਤਿ ਸ੍ਰੀ ਅਕਾਲ। ਮੇਰੇ ਪਿਆਰਿਓ, 2021 ਇਹ ਸਾਲ ਸਾਰੇ ਹਿੰਦੁਸਤਾਨ ਵਾਸਤੇ ਬਹੁਤ ਹੀ ਔਖਾ ਗੁਜ਼ਰਿਆ ਹੈ। ਇਸ ਸਾਲ ਸਾਡੇ ਸਿੱਖਾਂ ਨੇ ਮਿਲ ਕਰ ਜੋ ਇਨਸਾਨੀਅਤ ਦੀ ਸੇਵਾ ਕੀਤੀ ਹੈ, ਉਹਦੇ ਵਾਸਤੇ ਮੇਰੇ ਕੋਲ ਸ਼ਬਦ ਘੱਟ ਨੇ। ਜਿਸ ਤਰ੍ਹਾਂ ਇੱਕ ਸੈਨਿਕ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਸਰਹੱਦਾਂ ਤੇ ਜਾ ਕਰ ਸਾਡੇ ਸਾਰਿਆਂ ਦੀ ਜਾਨ ਬਚਾਉਂਦਾ ਹੈ, ਉਸੇ ਤਰ੍ਹਾਂ ਸਾਡੇ ਸਿੱਖ ਭੈਣ ਭਰਾ ਸਕੂਲਾਂ 'ਚ, ਗੁਰਦੁਆਰਿਆਂ 'ਚ, ਘਰਾਂ 'ਚ, ਸੜਕਾਂ ਤੇ ਜਾ ਜਾ ਕਰ ਲੋਕਾਂ ਦੀ ਜਾਨ ਬਚਾਈ ਹੈ। ਹਿੰਦੁਸਤਾਨ ਤੁਹਾਡਾ ਰਿਣ ਕਦੀ ਚੁਕਾ ਨਹੀਂ ਪਾਏਗਾ। ਮੇਰੇ ਪਿਆਰਿਓ, ਤੁਹਾਡਾ ਜਿਹੜਾ ਇਹ ਅੰਮ੍ਰਿਤ ਵਰਗਾ ਕਰਮ ਹੈ ਨਾ, ਇਹ ਸੁਨਹਿਰੇ ਅਕਸ਼ਰਾਂ ਨਾਲ ਹਿੰਦੁਸਤਾਨ ਦੇ ਇਤਿਹਾਸ ਲਿਖਿਆ ਜਾਏਗਾ। ਅੱਜ ਮੈਨੂੰ ਸਾਡੇ 10ਵੇਂ ਗੁਰੂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸ਼ਬਦ ਯਾਦ ਆਉਂਦਾ ਹੈ ਜਿਹੜਾ ਮੇਰੇ ਪਿਤਾ ਸ਼੍ਰੀ ਮਹਿੰਦਰ ਕਪੂਰ ਜੀ ਨੇ ਗਾਇਆ ਸੀ ਤੇ ਪੰਜਾਬ ਦਾ ਇੱਕ ਐਂਥਮ ਬਣ ਗਿਆ ਸੀਗਾ। ਦੇਹ ਸ਼ਿਵਾ ਬਰ ਮੋਹ ਇਨੇ शुभ कर मन ते कब हो न डरो, न डरो रिसो जब जाए लरो, निश्चय कर अपनी जीत करो। देह शिवा बर मोहे, देह शिवा बर मोहे, देह शिवा बर मोहे, देह शिवा बर मोहे। मैं अपने बच्चों ਨੂੰ ਬਿਠਾਇਆ ਨਾਲ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟਾ ਹੋ ਸਕਦਾ ਮੈਂ 12 ਕਰੋਨਾ ਲਿਆਵਾਂ ਔਰ ਹੋ ਸਕਦਾ ਡੈਡੀ ਮਰ ਗਏ ਤੇ ਤੁਹਾਨੂੰ ਬੇਟੇ ਦਿੱਕਤ ਨਹੀਂ ਹੋਏਗੀ। ਉਹਨੇ ਸੁਣਿਆ, ਸੋਚਿਆ, ਕਹਿੰਦੀ ਡੈਡੀ ਅਗਰ ਸਾਡੀ ਮੌਤ ਵੀ ਹੋ ਜਾਂਦੀ ਹੈ, ਅਸੀਂ ਮਰ ਵੀ ਜਾਂਦੇ ਹਾਂ, ਤੇ ਅਸੀਂ ਵਾਹਿਗੁਰੂ ਨੂੰ ਜਾ ਕੇ ਮੂੰਹ ਉੱਤੇ ਕਰਕੇ ਕਹਾਂਗੇ ਕਿ ਅਸੀਂ ਥੱਲੇ ਚੰਗਾ ਕੰਮ ਕਰ ਰਹੇ ਸੀਗੇ। अरु सिखो अपने ही मन को इलाज हो गुंतो उचरो, जब आव के औध निदान बने अति हीरन में तब झूंझ भरो, अति हीरन में तब झूंझ भरो, अति हीरन में तब झूंझ भरो। बोले सो निहाल सत श्री अकाल। देह शिवा बर मोहि, शुभ कर मन ते कब न डरो, न डरो सो जब जाए लरो, निश्चय कर अपनी जीत करो। देह शिवा बर मोहे, देह शिवा बर मोहे, देह शिवा बर मोहे, देह शिवा बर